ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ, ਸ਼੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨ ਜਾਈ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇਖ ਲੀਲਾਈ। ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾਂ ਕੀ ਦਿਸ਼ਟ ਨਾਦ ਲਿਵ ਲਾਗੈ। ਰਹਾਉ ਪਾਠੀ ਗਗਨ ਸਿੰਘਿਆ ਅਰ ਤੁੰਗਿਆ, ਕਨਕ ਕਲਸ ਇਕ ਪਾਇਆ। ਤਿਸ ਮੈਂ ਧਾਰ ਚੋਏ ਅਤ ਨਿਰਮਲ, ਰਸ ਮੈਂ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਨੀ ਹੈ, ਪਵਨ ਪਿਆਲਾ ਸਾਜਿਆ। ਤੀਨ ਪਵਨ ਮੈਂ ਏਕੋ ਜੋਗੀ, ਕਹੋ ਕਵਣ ਹੈ ਰਾਜਾ।
ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਕਹੋ ਕਬੀਰ ਰੰਗ ਰਾਤਾ ਔਰ ਧੁਨੀ। ਸਭ ਪਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ। ਐਸੇ ਗਿਆਨ ਪ੍ਰਗਟਿਆ ਪੁਰਖੋਤਮ। ਕਹੋ ਕਬੀਰ ਰੰਗ ਰਾਤਾ ਔਰ ਧੁਨੀ। ਸਭ ਪਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਸ਼ਬਦ ਦੀ ਵਿਚਾਰ ਬਾਬਾ ਬੰਤਾ ਸਿੰਘ ਜੀ ਮੁੱਖ ਸੇਵਾਦਾਰ ਸੰਪਰਦਾਇ ਬਾਬਾ ਬਿਧੀ ਚੰਦ ਸਾਹਿਬ ਮੁੰਡਾ ਪਿੰਡ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੱਜ ਵਿਦਾਇਗੀ ਹੈ ਪ੍ਰਬੰਧਕ ਸੇਵਾਦਾਰਾਂ ਵੱਲੋਂ। ਬਾਬਾ ਜੀ ਦਾ ਧੰਨਵਾਦ। ਅੱਜ ਸਾਹਿਬੇ ਕਮਾਲ ਕਮਾਲ ਦੇ ਸਾਹਿਬ ਸਰਬੰਸ ਦਾਨੀ ਗੁਰੂ ਕਲਗੀਧਰ ਪਿਤਾ ਜਿਨ੍ਹਾਂ ਦੇ ਲਾਲਾਂ ਦਾ ਜਿਨ੍ਹਾਂ ਦੇ ਜਨਨੀ ਮਾਤਾ ਦਾ ਇਹ ਪਿਛਲਾ ਪੂਰਾ ਹੀ ਹਫ਼ਤਾ ਕੱਲ੍ਹ ਤੱਕ ਅਸੀਂ ਸ਼ਹੀਦੀ ਦਿਹਾੜਿਆਂ ਦਾ ਇਹ ਸਮਾਂ ਬਹੁਤ ਭਾਉ ਭਾਵਨੀ ਨਾਲ ਮਨਾਉਂਦਿਆਂ ਅਦਬ ਸਤਿਕਾਰ ਨਾਲ ਮਨਾਉਂਦਿਆਂ ਬਤੀਤ ਕੀਤਾ ਹੈ। ਸ਼ਹੀਦ ਪਿਤਾ ਦੇ ਸਪੁੱਤਰ ਸ਼ਹੀਦ ਸਪੁੱਤਰਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ 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 ਵਧਾਈਆਂ। ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ बात कहूँ मैं अब की। अगर ना होते गुरु गोबिंद सिंह सुन्नत होती सबकी। धर्म रक्षक सतगुरु जिन्हां ने इस मुल्क दी असमत नूं बचाया, खालसे दी साजना कीती। एक बहुत वड्डी करामात सी मनुखां दे विचों खालसा साज के उसनों अपना रूप कहना और उसनों अपना तेज प्रताप बख्शना। ये वादा करना कि जब लग खालसा रहे न्यारा तब लग तेज दियों मैं सारा। जब ये गहे विपरण की रीत मैं ना करूं इनकी प्रतीत।
ਜਦੋਂ ਇਹ ਕਰਮਕਾਂਡੀ ਬ੍ਰਾਹਮਣੀ ਸੋਚ ਵਿੱਚ ਜਾਏਗਾ ਫਿਰ ਮੈਂ ਇਸ ਦਾ ਵਿਸ਼ਵਾਸ ਨਹੀਂ ਕਰਾਂਗਾ। ਜਦੋਂ ਤੱਕ ਇਹ ਨਿਰਮਲ ਤੇ ਨਿਆਰਾ ਰਹੇਗਾ ਤਦੋਂ ਤੱਕ ਸਾਰੀਆਂ ਬਖਸ਼ਿਸ਼ਾਂ ਮੈਂ ਇਸ ਨੂੰ ਪ੍ਰਦਾਨ ਕਰਾਂਗਾ। ਐਸੇ ਲਾਡ ਲਡਾਉਣ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਸਾਰਾ ਸਿੱਖ ਜਗਤ ਮਨਾ ਰਿਹਾ ਹੈ। ਦਿੱਲੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੀਵਾਨ ਸਜੇ ਹਨ। ਇਸ ਉਪਲਕਸ਼ ਵਿੱਚ ਨਗਰ ਕੀਰਤਨ 1 ਜਨਵਰੀ ਵਾਲੇ ਦਿਨ ਸਜੇਗਾ। 31 ਦਸੰਬਰ ਸ਼ਾਮ ਦੇ ਨਵੇਂ ਸਾਲ ਨੂੰ ਖੁਸ਼ ਆਮਦੀਦ ਕਹਿਣ ਵਾਸਤੇ ਵਿਸ਼ੇਸ਼ ਸਮਾਗਮ ਸਾਰੇ ਗੁਰੂ ਘਰਾਂ ਵਿੱਚ ਹੋਣਗੇ। ਅੱਜ ਅੰਮ੍ਰਿਤ ਵੇਲੇ ਤੋਂ ਦੀਪਮਾਲਾ ਸ਼ੁਰੂ ਹੋਈ ਹੈ। ਗੁਰਦੁਆਰਾ ਬੰਗਲਾ ਸਾਹਿਬ ਇਹ ਲਾਈਟਿੰਗ, ਇਹ ਦੀਪਮਾਲਾ 1 ਜਨਵਰੀ ਰਾਤ ਤੱਕ ਰਹੇਗੀ। ਸੋ ਆਓ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਰਹਿਮਤਾਂ ਦੇ ਨਾਲ ਆਪਣੇ ਜੀਵਨ ਨੂੰ ਭਰੀਏ। ਬਹੁਤ ਚਾਅ ਉਮਾ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਈਏ। ਗੁਰਦੁਆਰਾ ਟਿਕਾਣਾ ਸਾਹਿਬ ਪੰਜਾਬੀ ਬਾਗ ਵਿਖੇ ਵੀ ਪਿਛਲੇ ਕਈ ਦਹਾਕਿਆਂ ਦੀ ਤਰ੍ਹਾਂ ਵਿਸ਼ੇਸ਼ ਸਮਾਗਮ ਹੋਣੇ ਹਨ। ਸੋ ਆਪ ਜੀ ਜ਼ਰੂਰ ਲਾਹੇਵੰਦ ਹੋਵੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਅਤੇ ਅੱਜ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਵਰਤਾਂਤ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ, ਖਸਮ ਰਾਜਾ ਕਾਹਾ ਗੁਰ ਗੋਬਿੰਦ ਸਿੰਘ। ਹਕਰਾ ਮਹਿਬੂਬ ਗੁਰ ਗੋਬਿੰਦ ਸਿੰਘ, ਤਾਲਿਬੋ ਮਤਲੂਬ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ। ਤਹੀ ਪ੍ਰਕਾਸ਼ ਹਮਾਰਾ भयो, ਪਟਨਾ ਸ਼ਹਿਰ ਬਿਖੈ ਭਵ ਲਇਓ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ
ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਉਪਰੰਤ ਅਕਾਲ ਪੁਰਖ ਦੇ 10ਵੇਂ ਸਰਗੁਣ ਸਰੂਪ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਉਹ ਸੁਦੀ 7ਵੀਂ, ਉਹਨਾਂ ਦੇ ਅਗੰਮੀ ਜੀਵਨ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹੁ ਰੇ ਪੰਡਿਆ, ਅਬ ਕਿਛ ਕਹਿਨ ਨਾ ਜਾਈ। ਕਬੀਰ ਜੀ ਮਹਾਰਾਜ ਦੀ ਇਹ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 92 ਅੰਗ ਤੇ ਦਰਜ ਹੈ। ਰਾਗ ਸ਼੍ਰੀ ਰਾਗ ਹੈ। ਵਿਦਵਾਨ ਪੁਰਸ਼ਾਂ ਨਾਲ ਚਰਚਾ ਕਰਦੇ ਨੇ, ਇਹ ਪੰਡਤ ਜਨ, ਮੇਰੇ ਨਾਲ ਇੱਕ ਅਦਭੁਤ ਕੌਤਕ ਪਰਮਾਤਮਾ ਨੇ ਵਰਤਾਇਆ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਜਾਂ ਇਉਂ ਸਮਝ ਲਓ, ਪਰਮਾਤਮਾ ਦੀ ਹਸਤੀ ਕੁਝ ਐਸੀ ਬੁਲੰਦ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰੇ ਭਵਨ ਮੇਖੁਲੀ ਲਾਈ। ਆਖਣ ਲੱਗੇ, ਉਹ ਜਿਹੜਾ ਅਕਾਲ ਪੁਰਖ ਹੈ, ਉਹਨੇ ਦੇਵਤੇ, ਮਨੁੱਖ, ਹੋਰ ਜਿਹੜੇ ਸਵਰਗ ਵਿੱਚ ਏਲਚੀ ਨੇ, ਨੌਕਰ ਨੇ, ਗਵਈਏ ਨੇ, ਫਰਿਸ਼ਤੇ ਨੇ, ਸਾਰੇ ਹੀ ਰੱਸੀ ਵਿੱਚ, ਤੜਾਗੀ ਵਿੱਚ, ਮੇਖਲੀ ਵਿੱਚ ਬੰਨੇ ਹੋਏ ਨੇ। ਉਹਦੀ ਮਹਿਮਾ ਅਪਰੰਪਾਰ ਹੈ। ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਤੋ ਇਹ ਅਚਰਜ ਕੌਤਕ ਇਹ ਹੈ ਜੋ ਮੇਰੇ ਨਾਲ ਵਾਪਰਿਆ ਹੈ। ਉਸ ਅਕਾਲ ਪੁਰਖ ਦੇ ਨਾਮ ਦੀ ਜਿਹੜੀ ਕਿੰਗਰੀ ਹੈ, ਤਾਰ ਹੈ, ਵਾਜਾ ਹੈ, ਉਹ ਇੱਕ ਰਸ ਮੇਰੇ ਅੰਦਰ ਵੱਜ ਰਿਹਾ ਹੈ। ਭਾਵ ਸਵਾਸਾਂ ਨਾਲ ਨਾਮ ਚੱਲ ਰਿਹਾ ਹੈ। ਸਾਨੂੰ ਜਪਣਾ ਪੈਂਦਾ ਹੈ ਮਹਾਂਪੁਰਸ਼ਾਂ ਦਾ, ਰੋਮ ਰੋਮ ਨਾਮ ਨੂੰ ਧਿਆਉਣ ਲੱਗ ਪੈਂਦਾ ਹੈ। ਅਨਹਦ ਨਾਦ ਦੀ ਜਗ੍ਹਾ ਜਗ੍ਹਾ ਗੱਲ ਹੈ। ਬਿਨਾਂ ਸਾਜ਼ ਤੋਂ ਜਿਹੜਾ ਸ਼ਬਦ ਵੱਜੇ, ਬਿਨਾਂ ਹੱਥ ਤੋਂ ਜਿਹੜੀ ਤਾੜੀ ਵੱਜੇ, ਤੋ ਕਹਿੰਦੇ ਉਹ ਨਾਮ ਅੰਦਰ ਪ੍ਰਗਟ ਹੋ ਗਿਆ ਹੈ, ਖਿਆਲਾਤਾਂ ਵਿੱਚ ਸਮਾ ਗਿਆ ਹੈ। ਜਾਂ ਕੀ ਦਿਸ਼ਟ ਨਾਦ ਲਿਵ ਲਾਗੈ। ਅਕਾਲ ਪੁਰਖ ਦੀ ਕਿਰਪਾ ਨਾਲ ਮੇਰੀ ਜਿਹੜੀ ਲਿਵ ਹੈ, ਧਾਰਵਤ ਉਸ ਨਾਦ ਵਿੱਚ ਜੁੜੀ ਹੋਈ ਹੈ, ਨਾਮ ਵਿੱਚ ਲੱਗੀ ਹੋਈ ਹੈ। ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਨਕ ਕਲਸ਼ ਇੱਕ ਪਾਇਆ। ਸਿੰਘਿਆ ਇਹ ਨਾੜੀ ਹੈ, ਈੜਾ ਕਹਿ ਦਿੰਦੇ ਨੇ ਇਹਨੂੰ। ਚੁੰਗਿਆ ਇਹ ਵੀ ਨਾੜੀ ਹੈ, ਜਿਹਨੂੰ ਪਿੰਗਲਾ ਕਹਿੰਦੇ ਨੇ। ਹੁਣ ਆਖਣ ਲੱਗੇ, ਦਸਮ ਦਵਾਰ ਰੂਪੀ ਭੱਠੀ ਹੈ, ਉਹਦੇ 'ਚ 2 ਨਾਲਾਂ ਨੇ, ਸਿੰਘਿਆ ਤੇ ਚੁੰਗਿਆ। ਕਹਿੰਦੇ ਐਸੀ ਮੇਰੇ ਤੇ ਕਿਰਪਾ ਹੋਈ ਹੈ
ਮੇਰਾ ਜਿਹੜਾ ਅੰਤਸ਼ਕਰਨ ਹੈ ਉਹ ਕਨਕ ਕਲਸ਼ ਬਣ ਗਿਆ ਹੈ। ਸੋਨੇ ਦੀ ਹੈ ਨਾ, ਜਦੋਂ ਪੱਠੀ ਦੇ ਨਾਲ ਨਾਲ ਲਾਈਏ, ਕਹਿੰਦੇ ਮੇਰੇ ਅੰਤਸ਼ਕਰਨ ਰੂਪੀ ਭਾਂਡੇ ਵਿੱਚ ਅੰਮ੍ਰਿਤ ਰਸ ਪ੍ਰਗਟ ਹੋ ਗਿਆ ਹੈ। ਦਸਮ ਦੁਆਰੀ ਹੋ ਨਿਬੜਿਆ ਹਾਂ, ਤਿਸ ਮਹਿ ਧਾਰ ਚੁਐ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਅੰਤਸ਼ਕਰਨ ਰੂਪੀ ਭਾਂਡੇ ਦੇ ਵਿੱਚ ਪ੍ਰਤੱਖ ਅੰਮ੍ਰਿਤ ਦੀ ਧਾਰ ਪ੍ਰਗਟ ਹੋ ਗਈ ਹੈ, ਅੰਮ੍ਰਿਤ ਰਸ ਮੈਨੂੰ ਪ੍ਰਾਪਤ ਹੋ ਗਿਆ ਹੈ। ਜਿਹੜੇ ਜੋਗੀ ਜਨ ਦਸਮ ਦੁਆਰ ਪਹੁੰਚ ਕੇ ਰਸ ਹਾਸਲ ਕਰਦੇ ਨੇ, ਮੈਨੂੰ ਪ੍ਰਮਾਤਮਾ ਦੇ ਨਾਮ ਵਿੱਚ ਸਮਾਧੀ ਲੀਨ ਹੋ ਕੇ ਉਹ ਰਸ ਪ੍ਰਾਪਤ ਹੋ ਗਿਆ ਹੈ। ਇੱਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਹਿੰਦੇ ਜਿਹੜੀ ਅਸਚਰਜ ਬਾਤ ਹੈ, ਸਵਾਦਲੀ ਗੱਲ ਹੈ, ਜਿਹੜੇ ਮੇਰੇ ਸਵਾਸ ਨੇ ਨਾ, ਉਹਨਾਂ ਦਾ ਮੈਂ ਪਿਆਲਾ ਬਣਾ ਲਿਆ, ਗਲਾਸ ਬਣਾ ਲਿਆ ਹੈ। ਉਹ ਜਿਹੜਾ ਅੰਮ੍ਰਿਤ ਰਸ ਹੈ ਅੰਤਸ਼ਕਰਨ ਦੇ ਭਾਂਡੇ ਵਿੱਚ, ਮੈਂ ਹਰ ਸਾਹ ਦੇ ਨਾਲ ਪੀ ਰਿਹਾ ਹਾਂ, ਹਰ ਸਾਹ ਦੇ ਨਾਲ ਮੈਨੂੰ ਆਨੰਦ ਮਿਲ ਰਿਹਾ ਹੈ, ਆਨੰਦ ਦੀ ਪ੍ਰਾਪਤੀ ਹੈ। ਕੋਈ ਵੀ ਸਵਾਸ ਅੰਮ੍ਰਿਤ ਦੇ ਰਸ ਤੋਂ ਖਾਲੀ ਨਹੀਂ ਜਾਂਦਾ। ਤੀਨ ਭਵਨ ਮਹਿ ਏਕੋ ਜੋਗੀ, ਕਹੋ ਕਮਨ ਹੈ ਰਾਜਾ। ਜਿਸ ਪਰਮਾਤਮਾ ਦੇ ਨਾਮ ਦਾ ਮੈਨੂੰ ਰਸ ਆਇਆ, ਰਸ ਆਉਂਦਾ ਹੈ ਤੇ ਤਾਂ ਹੀ ਸਾਧੂ ਐਡੀ ਲੰਮੀ ਸਮਾਧੀ ਲਾ ਲੈਂਦੇ ਨੇ ਨਾ। ਜਿਨ੍ਹਾਂ ਨੂੰ ਰਸ ਨਹੀਂ ਆਉਂਦਾ ਉਹ ਤੇ ਜਪਜੀ ਸਾਹਿਬ ਵੀ ਇੱਕ ਚੌਂਕੜੇ 'ਚ ਨਹੀਂ ਕਰ ਸਕਦੇ। ਕਹਿੰਦੇ ਜਿਹਦੇ ਨਾਮ ਦਾ ਰਸ ਮੈਂ ਚਖਿਆ ਹੈ, ਉਹਦੇ ਵਰਗਾ ਕੋਈ ਜੋਗੀ ਨਹੀਂ, ਉਹਦੇ ਵਰਗਾ ਕੋਈ ਸਮਾਧੀ ਲੀਨ ਨਹੀਂ। ਉਹ ਪਰਮੇਸ਼ਵਰ ਕੁੱਲ ਕਾਇਨਾਤ ਦਾ ਰਾਜਾ ਹੈ, ਉਹਦੇ ਵਰਗਾ ਹੋਰ ਕੋਈ ਰਾਜਾ ਵੀ ਨਹੀਂ ਹੈ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਕਹਿੰਦੇ ਉਸ ਅਕਾਲ ਪੁਰਖ ਦੇ ਨਾਮ ਵਿੱਚ ਜੋ ਰੰਗੇ ਗਏ ਆ, ਮੇਰੇ ਅੰਦਰ ਉਹਦੇ ਗੁਣਾਂ ਦਾ ਗਿਆਨ ਪ੍ਰਗਟ ਹੋ ਗਿਆ ਹੈ। ਉਹਦੇ ਗੁਣਾਂ ਦੀ ਜਿਹੜੀ ਕੀਰਤੀ ਹੈ ਮੈਂ ਦਿਨ ਰਾਤ ਕਰਦਾ ਹਾਂ, ਜਿਸ ਕਰਕੇ ਮੈਨੂੰ ਪਰਮੇਸ਼ਰ ਦਾ ਰੰਗ ਚੜ੍ਹ ਗਿਆ ਹੈ। ਭਾਵ ਆਨੰਦ ਵਿੱਚ ਮੈਂ ਮਗਨ ਰਹਿੰਦਾ ਹਾਂ, ਪਰਮਾਤਮਾ ਨਾਲ ਰੰਗ ਲੱਗ ਗਿਆ, ਪ੍ਰੇਮ ਮੇਰਾ ਪੈ ਗਿਆ ਹੈ, ਮੈਂ ਉਹਦੇ ਰੰਗ ਵਿੱਚ ਰੰਗਿਆ ਹੋਇਆ ਹਾਂ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਦੁਨੀਆ ਪਦਾਰਥਾਂ ਦੇ ਰਸ ਵਿੱਚ ਰੰਗੀ ਹੈ, ਮੈਂ ਨਿਰੰਕਾਰ ਦੇ ਨਾਮ ਵਿੱਚ ਰੰਗਿਆ ਹੋਇਆ ਹਾਂ। ਮੈਂ ਉਹਦੇ ਨਾਮ ਦਾ ਰਸ ਪੀ ਰਿਹਾ। ਸੰਸਾਰ ਪਦਾਰਥਾਂ ਦੇ ਰਸ ਵਿੱਚ ਮਗਨ ਹੈ, ਭਰਮ ਵਿੱਚ ਭੁੱਲਿਆ ਹੈ। ਸੰਸਾਰ ਤੂੰ ਮੇਰਾ ਭਰਮ ਮਿਟਿਆ ਹੋਇਆ ਹੈ। ਦੇਖੋ ਪਹਿਲਾਂ ਤੇ ਬੁਰਕੀ ਖਾਣੀ ਪੈਂਦੀ ਹੈ, ਫਿਰ ਅੰਦਰ ਜਾ ਕੇ ਉਹ ਐਨਰਜੀ ਦੇਵੇਗੀ। ਨਾਮ ਜਪਣਾ ਪੈਂਦਾ, ਜ਼ੁਬਾਨ ਤੇ ਆਵੇਗਾ, ਫਿਰ ਅੰਦਰ ਪ੍ਰਗਟ ਹੋਵੇਗਾ। ਗੁਰਮੁਖ ਰੋਮ ਰੋਮ ਹਰ ਧਿਆਵੈ। ਬਾਬਾ ਕਬੀਰ ਦਾ ਰੋਮ ਰੋਮ ਨਾਮ ਵਿੱਚ ਮਗਨ ਹੈ। ਤੋ ਬੜੇ ਮਹਿੰਗੇ ਅਲਫਾਜ਼ ਨੇ, ਜਿੰਨੇ ਚਾਹੇ ਇਹਨਾਂ ਦੇ ਡੂੰਘੇ ਅਰਥ ਕਰ ਲਓ। ਦਾਸ ਇੱਥੇ ਅਖਰੀ ਅਰਥ ਕਰਕੇ ਹਟਿਆ, ਬਾਣੀ ਨੂੰ ਵਿਸ਼ਰਾਮ ਦਿੰਦਾ ਹਾਂ। ਆਓ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੀਰਤੀ ਗਾਈਏ, ਜੋ ਸਾਡਾ ਇਹ ਜੀਵਨ ਸਫਲਾ ਹੋ ਸਕੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੁਤਬੇ ਬਾਬਤ
ਗੁਰੂ ਗ੍ਰੰਥ ਸਾਹਿਬ ਦੀ ਅਗੰਮੀ ਬਾਣੀ ਇਹ ਫੁਰਮਾਨ ਕਰਦੀ ਹੈ, ਮੋਹਰ ਲਾਉਂਦੀ ਹੈ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸ ਕਾ ਰੂਪ। ਗੁਰੂ ਤੇ ਪਰਮੇਸ਼ਰ ਇੱਕ ਨੇ। ਮੂਰਤਾਂ ਤੇ ਜਿੰਨੀਆਂ ਤੁਸੀਂ ਦੇਖਦੇ ਹੋ, ਮੈਂ ਹਾਂ ਜਾਂ ਤੁਸੀਂ ਹੋ, ਸਾਰੀਆਂ ਹੀ ਰੱਬ ਨੇ ਘੜੀਆਂ, ਪਰ ਸਫਲਾ ਮੂਰਤ ਅਜ਼ਮਤ ਦੇ ਸਹਿਤ, ਕਲਾ ਦੇ ਸਹਿਤ, ਅਕਾਲ ਪੁਰਖ ਦੀ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ। ਤੋ ਜਿਹੜਾ ਟਰਾਂਸੈਂਡੈਂਟ ਲਾਰਡ ਹੈ, ਹਰ ਜ਼ਰੇ 'ਚ ਪ੍ਰਗਟ ਹੈ, ਹੀ ਇਜ਼ ਕਾਲਡ ਗੁਰੂ ਗੋਬਿੰਦ ਸਿੰਘ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਉੱਤੇ ਪ੍ਰਗਟ ਹੋਏ ਔਰ ਬਚਿੱਤਰ ਨਾਟਕ ਵਿੱਚ ਆਪਣੀ ਆਟੋਬਾਇਓਗ੍ਰਾਫੀ ਪਿਛਲੇ ਜਨਮ ਦੀ ਲਿਖ ਦਿੱਤੀ। ਦੇਖੋ, ਸਾਡੀ ਜਿਹੜੀ ਹਸਤੀ ਹੈ, ਸਾਨੂੰ ਨਹੀਂ ਪਤਾ ਪਿੱਛੇ ਅਸੀਂ ਕੌਣ ਸੀ ਤੇ ਅਗਾਂਹ ਅਸੀਂ ਕੀ ਬਣਨਾ ਹੈ। ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵਹੋ ਹਮ ਆਏ। ਕਿੱਥੋਂ ਆਏ ਆ, ਕਿਹੜੇ ਕਿਹੜੇ ਜਨਮ ਅਸੀਂ ਭੋਗੇ ਨੇ, ਕਿੰਨਾ ਕਰਮਾਂ ਕਰਕੇ ਜੂਨਾ ਭੋਗੀਆਂ ਨੇ, ਅਸੀਂ ਕੁਝ ਨਹੀਂ ਜਾਣਦੇ। ਪਰ ਗੁਰ ਕਰਤਾ ਗੁਰ ਕਰਨਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਗੁਰਦੇਵ ਤੋਂ ਬਾਹਰ ਕੁਝ ਵੀ ਨਹੀਂ ਹੈ, ਨਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ। ਉਹ ਸਭ ਜਾਣਦਾ ਹੈ, ਕਿਉਂਕਿ ਦੁਨੀਆ ਦਾ ਕਰਤਾ ਹੈ, ਦੁਨੀਆ ਦਾ ਰਚਨਹਾਰ ਹੈ। ਫਾਰਸੀ ਵਿੱਚ ਭਾਈ ਨੰਦ ਲਾਲ ਨੇ ਇਹ ਜ਼ਿਕਰ ਕੀਤਾ ਹੈ, ਆਲਮ ਉਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ।
ਹੋਵੇਗੀ ਤੀਰਥਾਂ ਤੇ ਜਾਣ ਦੀ ਗੱਲ ਕਹੀ ਨਹੀਂ। ਗੁਰਦੇਵ ਤੀਰਥਾਂ ਤੇ ਪੂਜਾ ਪ੍ਰਤਿਸ਼ਠਾ ਕਰਨ ਨਹੀਂ ਗਏ, ਉਹ ਤੇ ਆਪ ਅਕਾਲ ਸਰੂਪ ਨੇ। ਉਹਨਾਂ ਨੂੰ ਕੀ ਲੋੜ ਆ ਦੇਵਤਿਆਂ ਨੂੰ ਤੇ ਆਉਣ ਦੀ? ਕਿਸ ਲਈ ਗਏ ਨੇ? ਨਾਨਕ ਭੂਲੇ ਗੁਰ ਸਮਝਾਵੈ, ਏਕ ਦਿਖਾਵੈ, ਸਾਚ ਟਿਕਾਵੈ। ਤੀਰਥਾਂ ਤੇ ਇਕੱਠ ਬੜਾ ਹੁੰਦਾ ਹੈ, ਸਮਝਾਇਆ ਗੁਰਾਂ ਨੇ ਜਾ ਕੇ, ਚਾਹੇ ਉਹ ਕਾਬਾ ਹੈ ਤੇ ਚਾਹੇ ਹਰਦੁਆਰ ਹੈ। ਲੋਕੋ ਤੁਸੀਂ ਕ੍ਰਿਤ ਨਾਲ ਜੁੜ ਗਏ ਹੋ। ਮੈਂ ਨਹੀਂ ਕਹਿੰਦਾ ਦੇਵੀ ਦੇਵਤਿਆਂ ਦਾ ਨਿਰਾਦਰ ਕਰੋ, ਅਦਬ ਕਰੋ, ਪਰ ਅਕਾਲ ਪੁਰਖ ਦੇ ਗੀਤ ਗਾਓ। ਉਹੀ ਕਰਤਾ ਹੈ, ਉਹੀ ਰਚਨਹਾਰ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਤੀਰਥਾਂ ਦੇ ਗਏ। ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਜਦੋਂ ਤ੍ਰਿਵੈਣੀ ਪਹੁੰਚੇ, ਜਿੱਥੇ ਤਿੰਨ ਪ੍ਰਵਾਹਾਂ ਦਾ ਇਕੱਠ ਹੈ, ਤਿੰਨ ਨਦੀਆਂ ਦਾ ਸੰਗਮ ਹੈ, ਗੰਗਾ, ਜਮਨਾ, ਸਰਸਵਤੀ, ਇੱਥੇ ਦਾਨ ਪੁੰਨ ਕੀਤਾ। ਤੋ ਇੱਥੇ ਵੀ ਸ਼ੰਕਾ ਮੇਰੇ ਵੀਰ ਕਰ ਲੈਂਦੇ ਨੇ, ਬ੍ਰਾਹਮਣ ਨੂੰ ਤੇ ਜਿਹੜਾ ਦਾਨ ਕਰਨਾ ਹੈ ਉਹ ਹਿੰਦੂ ਲੋਕ ਹੀ ਕਰਦੇ ਨੇ, ਤੇ ਇਹ ਗ੍ਰੰਥ ਹਿੰਦੂ ਵੀਰਾਂ ਦਾ ਲਿਖਿਆ ਹੋਵੇਗਾ। ਤੋ ਵੀਰ ਧਿਆਨ ਦਿਓ, ਅਕਾਲ ਪੁਰਖ ਗੁਰੂ ਪਰਮੇਸ਼ਰ ਸਭ ਤੋਂ ਵੱਡੇ ਦਾਤੇ ਨੇ। ਸਤਿਗੁਰ ਦਾਤਾ ਸਭਨਾ ਵਥੋ ਕਾ, ਪੂਰੇ ਭਾਗ ਮਿਲਾਵਣਿਆ। ਗੁਰੂ ਪਰਮੇਸ਼ਰ ਦਾਤਾਰ ਨੇ, ਝੋਲੀਆਂ ਭਰਨ ਵਾਲੇ ਨੇ। ਤੋ ਗੁਰੂ ਇਜ਼ ਦਾ ਗਿਵਰ ਆਫ ਆਲ ਥਿੰਗਸ। ਕਿਧਰ ਦੌੜੇ ਫਿਰਦੇ ਹੋ? ਕ੍ਰਾਈਸਟ ਝੋਲੀ ਭਰੇਗਾ, ਮੁਹੰਮਦ ਝੋਲੀ ਭਰੇਗਾ, ਦੇਵਤੇ ਕਬਰਾਂ ਝੋਲੀ ਭਰਨਗੇ। ਠੀਕ ਹੈ, ਕੁਝ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਮਹਾਂਪੁਰਸ਼ਾਂ ਕੋਲ, ਪਰ ਇਹਨਾਂ ਸਭ ਦੇਵੀ ਦੇਵਤੇ ਰਹਿਬਰਾਂ ਨੂੰ ਭੇਜਣ ਵਾਲਾ ਅਕਾਲ ਸਰੂਪ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਸਭ ਖਜ਼ਾਨਿਆਂ ਦਾ ਖਜ਼ਾਨਚੀ ਹੈ। ਉਹਦੇ ਨਾਲੋਂ ਵੱਧ ਕੇ ਝੋਲੀ ਨਹੀਂ ਕਿਸੇ ਨੇ ਭਰਨੀ। ਜੇ ਦੇਵੀ ਦੇਵਤਿਆਂ ਝੋਲੀ ਭਰ ਵੀ ਦਿੱਤੀ ਤੇ ਮੁਕਤੀ ਨਹੀਂ ਦੇਣ ਜੋਗੇ। ਗੁਰੂ ਪਰਮੇਸ਼ਰ ਸਤਿਗੁਰ ਦਾਤਾ ਮੁਕਤ ਕਰਾਏ, ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਮੁਕਤੀ ਦਿੰਦਾ ਹੈ। ਮੈਂ ਇੱਕ ਬੇਨਤੀ ਕਰ ਦਵਾਂ, ਮੇਰਾ ਕੋਈ ਭਾਵ ਵਿਦਵਤਾ ਜ਼ਾਹਿਰ ਕਰਨ ਦਾ ਨਹੀਂ ਹੁੰਦਾ, ਅੰਗਰੇਜ਼ੀ ਦੇ 2-4 ਲਫ਼ਜ਼ ਬੋਲਣੇ। ਇਹ ਜਿਹੜੀ ਈਸਾਈ ਜਮਾਤ ਹੈ ਨਾ, ਇਹ ਬੜਾ ਪ੍ਰਚੰਡ ਪ੍ਰਚਾਰ ਕਰ ਰਹੀ ਹੈ ਪੈਸੇ ਨਾਲ। ਲੋਕ ਸਮਝਦੇ ਨੇ ਇਹਨਾਂ ਦੇ ਵਿਦਵਾਨ ਬੜੇ ਐਜੂਕੇਟਡ ਨੇ, ਤੋ ਬੜੀ ਐਜੂਕੇਟਡ ਦੁਨੀਆ ਇਹਨਾਂ ਨੂੰ ਸੁਣਦੀ ਹੈ। ਉਹਨਾਂ ਨੂੰ ਦਰਸਾਉਣਾ ਪੈਂਦਾ ਵੀ ਸਿੱਖ ਵਿਦਵਾਨ ਵੀ ਘੱਟ ਨਹੀਂ, ਕੋਈ ਜਿੱਥੇ ਮਰਜ਼ੀ ਚਰਚਾ ਕਰ ਲਿਓ। ਹਜੇ ਕਿ ਸਾਡੀ ਲੈਂਗੁਏਜ ਗੁਰਮੁਖੀ ਹੈ। ਹਜ਼ਾਰਾਂ ਲੈਂਗੁਏਜਾਂ ਛੱਡ ਕੇ ਸਾਡੇ ਬਾਪੂ ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਚੁਣੀ। ਤੋ ਇਹਦਾ ਭਾਵ ਸਮਝਿਓ। ਕਿਹੜੇ ਲੌਰਡ ਪਿੱਛੇ ਫਿਰਦੇ ਹੋ? ਗੁਰੂ ਗੋਬਿੰਦ ਸਿੰਘ ਇਸ ਦਾ ਲੌਰਡ, ਖੁਦਾਇਆ ਗੁਰੂ ਗੋਬਿੰਦ ਸਿੰਘ ਹੈ। ਕਦੇ ਪੜ੍ਹਿਓ ਇੰਗਲਿਸ਼ ਦੀ ਟੀਕਾਕਾਰੀ? ਤੋ ਮੈਂ ਸਾਰਿਆਂ ਨੂੰ ਖੁੱਲੀ ਚਰਚਾ ਦਾ ਸੱਦਾ ਦਿੰਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਕੋਈ ਰਹਿਬਰ ਨਹੀਂ। ਲਿਆਓ ਆਪੋ ਆਪਣਾ ਇਤਿਹਾਸ, ਪਤਾ ਲੱਗ ਜਾਵੇ ਕਿਹਦੀ ਅਜ਼ਮਤ ਸਭ ਤੋਂ ਬੁਲੰਦ ਹੈ। ਗੁਰੂ ਤੇਗ ਬਹਾਦਰ ਅਕਾਲ ਸਰੂਪ ਨੇ ਤੀਰਥਾਂ ਤੇ ਮੰਗਤੇ ਆ ਗਏ, ਬ੍ਰਾਹਮਣ ਆ ਗਏ, ਛਤਰੀ ਆ ਗਏ। ਬਾਪੂ ਝੋਲੀਆਂ ਭਰਤੇ, ਉਹਨੇ ਝੋਲੀਆਂ ਭਰ ਦਿੱਤੀਆਂ। ਗੁਰੂ ਗੋਬਿੰਦ ਸਿੰਘ ਕਹਿੰਦੇ ਉਸ ਵਕਤ ਅਕਾਲੀ ਜੋਤ ਮਾਤਾ ਗੁਜਰੀ ਦੇ ਪੇਟ ਵਿੱਚ ਪ੍ਰਕਾਸ਼ਵਾਨ ਹੋਈ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪ੍ਰਕਾਸ਼ ਤੋਂ ਬਾਅਦਾਂ ਮਾਤਾ ਜੀ ਨੂੰ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਟਿਕਾ ਦਿੱਤਾ। ਆਪਦੀ ਮਾਂ ਨਾਨਕੀ ਦੇ ਨਾਲ, ਸਾਡੇ ਮਾਮਾ ਕਿਰਪਾਲ ਚੰਦ ਦੇ ਨਾਲ, ਹੋਰ ਸਿੱਖਾਂ ਸੇਵਕਾਂ ਨਾਲ। ਜੋਤ ਸਾਡੀ ਪ੍ਰਕਾਸ਼ਵਾਨ ਰੂਹੇ ਜ਼ਮੀਨ ਤੇ ਤ੍ਰਿਵੈਣੀ ਹੁੰਦੀ ਹੈ, ਤੇ ਸਰੀਰ ਸਾਡਾ ਪ੍ਰਗਟ ਹੁੰਦਾ ਪਟਨਾ ਸ਼ਹਿਰ ਆ ਕੇ। ਤੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੇ ਵਿੱਚ ਲੋਕਾਈ ਨੂੰ ਤਾਰ ਰਹੇ ਸਨ। ਇਹ ਕਿਹੜਾ ਦਿਹਾੜਾ ਹੈ ਜੀ? ਪੋਹ ਸੁਦੀ 7ਵੀਂ 1723 ਬਿਕਰਮੀ ਸੰਮਤ। ਪਟਨਾ ਸ਼ਹਿਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਗਾਜ਼ ਹੋਇਆ। ਇਹ ਕੌਣ ਆਇਆ ਹੈ? ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਜਗ ਜੀਵਨ ਦਾਤਾ ਪਾਇਆ। ਅਕਾਲ ਪੁਰਖ ਆਪ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ।
ਤੇ ਜਿਹੜਾ ਇਹਦੀ ਸ਼ਰਨ ਆਵੇਗਾ ਉਹ ਮੁਕਤੀ ਪਾਵੇਗਾ, ਲਿਬਰੇਸ਼ਨ ਪਾਵੇਗਾ। ਜਗਤ ਦੇ ਜੀਵਨ ਦਾ ਆਧਾਰ ਗੁਰੂ ਗੋਬਿੰਦ ਸਿੰਘ ਦੁਨੀਆ ਤੇ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਮਿਲ ਜਾਂਦਾ ਹੈ ਅਸਾਮ, ਮਹਾਰਾਜ ਤੁਹਾਡੇ ਗ੍ਰਹਿ ਵਿਖੇ ਪਟਨੇ ਦੀ ਧਰਤੀ ਤੇ ਬਾਲਕ ਪ੍ਰਗਟ ਹੋਏ ਨੇ, ਪ੍ਰਕਾਸ਼ਵਾਨ ਹੋਏ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਨਾਮਾ ਭੇਜਿਆ ਤੇ ਕੀ ਲਿਖਦੇ ਨੇ? ਬਾਲਕ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ, ਸਾਹਿਬਜ਼ਾਦੇ ਦੇ ਰਹਾਇਸ਼ ਦੇ ਵਾਸਤੇ ਅਵਲ ਹਵੇਲੀ ਕਾ ਇੰਤਜ਼ਾਮ ਕਰਨਾ। ਇਹ ਹੁਕਮਨਾਮੇ ਡਾਕਟਰ ਗੰਡਾ ਸਿੰਘ ਹੁਣਾ ਪਬਲਿਸ਼ ਕੀਤੇ ਹੋਏ ਨੇ। ਗੋਬਿੰਦ ਰਾਏ, ਗੋ ਧਰਤੀ, ਬਿੰਦ ਪਾਲਣਹਾਰ ਅਕਾਲ ਪੁਰਖ, ਰਾਏ ਸਭਨਾ ਦਾ ਰਾਜਾ ਪ੍ਰਗਟ ਹੋ ਗਿਆ ਹੈ। ਅਕਾਲ ਦੁਨੀਆ ਤੇ ਪ੍ਰਗਟ ਹੋ ਗਿਆ ਹੈ ਮਨੁੱਖੀ ਜਾਮਾ ਪਹਿਨ ਕੇ। ਤੇ ਵੇਖੋ ਕੀ ਆਖਿਆ, ਅਵਲ ਹਵੇਲੀ, ਪਟਨੇ ਦੀ ਸਭ ਤੋਂ ਸੁੰਦਰ ਤੇ ਉੱਚੀ ਹਵੇਲੀ ਵਿੱਚ ਪੜਾ ਲਵਾਉਣਾ ਹੈ ਗੋਬਿੰਦ ਰਾਏ ਦਾ, ਕਿਉਂਕਿ ਖੁਦ ਖੁਦਾ ਨੇ। ਤੇ ਇੱਥੇ ਅਸੀਂ ਪੱਥਰ ਨੂੰ ਹੀ ਰੋਈ ਜਾਂਦੇ ਵੀ 1500 ਰੁਪਈਏ ਨੂੰ ਫੁੱਟ ਪੱਥਰ ਲਾਤਾ ਬੰਗਲਾ ਸਾਹਿਬ ਗੁਰਦੁਆਰੇ। ਓਏ ਹੱਦ ਹੋ ਗਈ, ਤੂੰ ਚਮਦਾ ਲਿਫਾਫਾ ਹੈ, ਤੇਰੇ ਰਹਿਣ ਲਈ 1500 ਰੁਪਈਏ ਵਾਲਾ ਪੱਥਰ ਲੱਗ ਸਕਦਾ ਇਟਾਲੀਅਨ ਮਾਰਬਲ ਘਰ ਵਿੱਚ, ਵਜੂਦ ਵੀ ਤੇਰਾ ਕੁਝ ਨਹੀਂ। ਤੇ ਜਿਹੜਾ ਖੁਦ ਖੁਦਾ ਦਾ ਦਰਬਾਰ ਹੈ, ਇਹਨਾਂ ਗੁਰਦੁਆਰਿਆਂ ਦੀ ਮਰਿਆਦਾ ਬਹਾਲ ਕਰਨ ਲਈ ਖਾਲਸੇ ਨੇ ਸਿਰ ਲਾਏ ਨੇ, ਤੂੰ ਪੱਥਰ ਨੂੰ ਰੋਈ ਜਾਣਾ ਹੈ, ਸੋਨੇ ਨੂੰ ਰੋਈ ਜਾਣਾ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਚੰਗੇ ਬਸਤਰ, ਸੋਨਾ, ਗਿਫਟ, ਚੰਗੀਆਂ ਇਮਾਰਤਾਂ, ਇਹ ਗੁਰੂ ਦੀਆਂ ਚਾਹੀਦੀਆਂ ਨੇ ਕਿ ਸਾਡੀਆਂ ਆਮ ਲੋਕਾਂ ਦੀਆਂ ਚਾਹੀਦੀਆਂ ਨੇ? ਮਹਾਰਾਜ ਕਹਿੰਦੇ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋਹ, ਤਿਸ ਪੁੰਨ ਕੀ ਫਿਰ ਤੋਟ ਨਾ ਆਵੇ। ਜਿਹੜਾ ਚੰਗੇ ਪਦਾਰਥ, ਚੰਗੇ ਵਸਤਰ, ਚੰਗੇ ਉਪਹਾਰ ਗੁਰੂ ਦੀ ਸ਼ਰਨ ਲਿਜਾਵੇਗਾ, ਉਹਦੇ ਖਜ਼ਾਨੇ ਕਦੇ ਨਹੀਂ ਮੁੱਕਣਗੇ। ਇਹ ਤੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਹੁਣ ਕਿੱਥੇ ਦੌੜੋਗੇ? ਅਤ ਉੱਚਾ ਤਾਂਕਾ ਦਰਬਾਰਾ ਅੰਤ ਨਹੀਂ ਕਛਪਾਰਾ ਵਾਰਾ। ਜੇ ਤੇਰੀ ਕੋਠੀ 2 ਮੰਜ਼ਲੀ ਹੈ ਤੇ ਦਰਬਾਰ ਦਾ ਲੈਂਟਰ 3 ਮੰਜ਼ਲ ਤੇ ਹੁੰਦਾ, ਫਿਰ ਕਹੂ ਹਰ ਸਮਾਨ ਨਹੀਂ ਰਾਜਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਨਿਰੰਕਾਰ ਦੀ ਬਾਣੀ, ਨਿਰੰਕਾਰ ਸਰੂਪ, ਇਹਦੇ ਵਰਗਾ ਕਿਹੜਾ ਰਾਜਾ? ਇਹਦਾ ਮਹੱਲ ਫਿਰ ਇਦਾਂ ਦਾ ਹੀ ਹੁੰਦਾ ਜਿੱਦਾਂ ਦਾ ਬੰਗਲਾ ਸਾਹਿਬ ਹੈ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਤੋ ਅਕਾਲ ਸਰੂਪ ਨੇ ਗੁਰਦੇਵ। ਇਹਨਾਂ ਲਈ ਅਵਲ ਹਵੇਲੀ ਵਿੱਚ ਇੰਤਜ਼ਾਮ ਕਰੋ ਰਹਿਣ ਸਹਿਣ ਦਾ। ਇਸੇ ਤਰ੍ਹਾਂ ਹੀ ਹੋਇਆ, ਪਟਨੇ ਬੜੀ ਸੁੰਦਰ ਹਵੇਲੀ ਵਿੱਚ ਆਸਣ ਲਵਾਇਆ ਗਿਆ ਗੁਰੂ ਪਰਿਵਾਰ ਦਾ। ਬਾਗੀ ਤੇਵਰ ਤੇ ਬਚਪਨ ਤੋਂ ਹੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਜਾਣਦੇ ਨੇ ਮੁਗਲਿਆ ਸਲਤਨਤ ਭਾਰਤ ਵਰਸ਼ ਤੇ ਜ਼ੁਲਮ ਕਰ ਰਹੀ ਹੈ। ਬਚਪਨ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ, ਮੱਥਾ ਲਾਉਣਾ ਹੈ ਦਿੱਲੀ ਦਰਬਾਰ ਦੇ ਨਾਲ। ਕਿਉਂ ਲਾਉਣਾ ਹੈ? ਇਹ ਜ਼ਾਲਮ ਨੇ, ਤੇ ਜ਼ੁਲਮ ਅਵਤਾਰਾਂ ਮਹਾਂਪੁਰਸ਼ਾਂ ਨੂੰ ਪਾਉਂਦਾ ਨਹੀਂ। ਪਟਨੇ ਵਿੱਚ 2 ਰਈਸ ਹਾਕਮ ਸਨ, ਰਹੀਮ ਬਖਸ਼ ਤੇ ਕਰੀਮ ਬਖਸ਼। ਦੋਵੇਂ ਸੇਵਕ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਸ਼ਰਧਾਲੂ ਸਨ। ਇਹਨਾਂ ਦੇ ਬਾਗ 'ਚ ਹੀ ਗੋਬਿੰਦ ਰਾਏ ਜੀ ਖੇਡਿਆ ਕਰਦੇ ਸਨ। ਰਹੀਮ ਬਖਸ਼, ਕਰੀਮ ਬਖਸ਼ ਵਰਗੇ ਜਿਹੜੇ ਨਿਜ਼ਾਮ ਨੇ ਜਾਂ ਹੋਰ ਜਿਤਨੇ ਵੀ ਨਵਾਬ ਨੇ, ਅਹਿਲਕਾਰ ਨੇ, ਇਹਨਾਂ ਦੇ ਸਵਾਰੇ ਜਦੋਂ ਪਟਨੇ ਦੀਆਂ ਗਲੀਆਂ 'ਚੋਂ ਲੰਘਣੇ ਤੇ ਲੋਕਾਂ ਦੁਆ ਸਲਾਮ ਕਰਨੀ, ਸਿਰ ਝੁਕਾਉਣਾ, ਤੇ ਬੱਚਿਆਂ ਨੇ ਵੀ ਉਸੇ ਤਰ੍ਹਾਂ ਹੀ ਗਲੀ ਵਿੱਚ ਖੇਡਦਿਆਂ ਨੇ ਸਿਰ ਨਿਵਾਉਣਾ। ਗੁਰੂ ਜੀ ਨੇ ਬਾਲਾਂ ਨੂੰ ਇੱਕ ਦਿਨ ਆਖਿਆ, ਛੋਟੀ ਉਮਰ ਹੈ, 5 ਕੁ ਵਰ੍ਹਿਆਂ ਤੋਂ ਠਾਂ ਕਹਿੰਦੇ ਜਿਹੜਾ ਸਿਰ ਹੈ ਇਹ ਹਾਕਮ ਅੱਗੇ ਨਹੀਂ ਝੁਕਾਉਣਾ, ਅਕਾਲ ਪੁਰਖ ਅੱਗੇ, ਖੁਦਾ ਅੱਗੇ ਉਹਦੀ ਯਾਦ ਵਿੱਚ ਝੁਕੀਦਾ ਹੈ। ਬੱਚਿਆਂ ਨੇ ਸਿਰ ਝੁਕਾਉਣਾ ਛੱਡ ਦਿੱਤਾ। ਸਾਰੇ ਪਟਨੇ ਵਿੱਚ ਖਬਰ ਫੈਲ ਗਈ, ਰੌਲਾ ਪੈ ਗਿਆ।
ਬਈ ਗੋਬਿੰਦ ਰਾਏ ਬਗਾਵਤ ਕਰ ਰਿਹਾ ਹੈ ਬਚਪਨ ਵਿੱਚ। ਅੱਗੇ ਹਾਕਮ ਲੰਘਦੇ ਸੀ ਤੇ ਬੱਚੇ ਦੁਆ ਸਲਾਮ ਕਰਦੇ ਸੀ, ਹੁਣ ਦੰਦੀਆਂ ਚੜਾਉਂਦੇ ਨੇ। ਉਲਾਮਾ ਪਹੁੰਚਿਆ ਮਾਤਾ ਨਾਨਕੀ, ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ ਨੂੰ। ਸਾਹਿਬਜ਼ਾਦੇ ਦੇ ਤੇਵਰ ਬਾਗੀ ਨੇ, ਇਹਦੀ ਸੋਚ ਬਾਗੀਆਂ ਵਾਲੀ ਹੈ। ਔਰੰਗਜ਼ੇਬ ਦਾ ਰਾਜ ਹੈ, ਮੁਸ਼ਕਿਲ ਖੜੀ ਹੋ ਸਕਦੀ ਹੈ, ਤੁਹਾਨੂੰ ਸਜ਼ਾ ਮਿਲ ਸਕਦੀ ਹੈ। ਤੁਹਾਨੂੰ ਬੱਚਿਆਂ ਨੂੰ ਦੁਆ ਸਲਾਮ ਕਰਨੋਂ ਹਟਾ ਦਿੱਤਾ ਤੁਹਾਡੇ ਗੋਬਿੰਦ ਰਾਏ ਨੇ। ਮਾਮਾ ਕਿਰਪਾਲ ਚੰਦ ਜੀ ਨੇ ਚਿੰਤਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਪਟਨੇ ਤੋਂ ਅੱਗੇ ਚਿਟਗਾਮ ਸਨ, ਉੱਥੇ ਗਏ, ਜਾ ਕੇ ਸਾਰੀ ਬਾਤ ਦੱਸੀ। ਗੁਰਦੇਵ, ਔਰੰਗਜ਼ੇਬ ਦਾ ਜ਼ਾਲਮਾਨਾ ਰਾਜ ਹੈ, ਕਿਤੇ ਕੋਈ ਅਨਰਥ ਨਾ ਹੋ ਜਾਵੇ। ਗੋਬਿੰਦ ਰਾਏ ਜੀ ਐਸੇ ਕਰਮ ਕਰ ਰਹੇ ਨੇ, ਬਗਾਵਤ ਕਰ ਰਹੇ ਨੇ। ਹੁਕਮਨਾਮਾ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਲਈ, ਵੀ ਫਿਕਰ ਨਾ ਕਰੋ। ਬੋਲ ਕੀ ਸਨ? ਗੋਬਿੰਦ ਜੋ ਕੀਆ ਭਲਾ ਕੀਆ। किसी भी सरकारी अहलकार को सलाम नहीं करनी। जे घर आए ही बैठे पवांदी देनी, सरांदी ना देनी। डॉक्टर गंडा सिंह ने ये भी हुक्मनामे पब्लिश किए ने। ਇਹਦਾ ਭਾਵ ਕੀ ਸੀ ਸਮਝਿਓ। ਗੋਬਿੰਦ ਰਾਏ ਜੀ ਨੇ ਜੋ ਕੀਤਾ ਠੀਕ ਕੀਤਾ ਹੈ। ਸੱਚੇ ਸਾਹਿਬ ਅਕਾਲ ਪੁਰਖ ਤੋਂ ਲਹਿਦਾ ਕਿਸੇ ਅੱਗੇ ਨਹੀਂ ਝੁਕਣਾ। ਜੇ ਉਲਾਮਾ ਲੈ ਕੇ ਕੋਈ ਸਰਕਾਰੀ ਅਹਿਲਕਾਰ ਗੁਰੂ ਦਰਬਾਰ ਵਿੱਚ ਆ ਵੀ ਜਾਵੇ, ਵੇਖਿਓ ਕਿਤੇ ਗੋਬਿੰਦ ਰਾਏ ਦੇ ਸਰਾਣੇ ਨਾ ਬਿਠਾ ਦਿਓ। ਉਸ ਨੂੰ ਪੈਂਦ ਵੱਲ ਬਿਠਾਉਣਾ ਹੈ, ਚਰਨਾਂ ਵੱਲ ਬਿਠਾਉਣਾ ਹੈ, ਸਰਾਂਦੀ ਨਹੀਂ ਪਵਾਂਦੀ ਬਿਠਾਉਣਾ ਹੈ। ਕਿਉਂ ਜੀ? ਗੁਰੂ ਘਰ ਵਿੱਚ ਮੀਰੀ ਤੇ ਪੀਰੀ ਇਕੱਠੀਆਂ ਨੇ, ਪਰ ਪੀਰੀ ਉੱਚੀ ਹੈ, ਮੀਰੀ ਨੀਵੀਂ ਹੈ। ਭਗਤੀ ਉੱਚੀ ਹੈ, ਸ਼ਕਤੀ ਨੀਵੀਂ ਹੈ। ਭਗਤੀ ਨੂੰ ਤਖਤ ਮਿਲਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਸ਼ਕਤੀ ਨਾਲ ਹੈ ਦਸਮ ਗ੍ਰੰਥ। ਭਗਤੀ ਉੱਚੀ ਹੈ ਹਰਮੰਦਰ ਸਾਹਿਬ, ਸ਼ਕਤੀ ਕਾਲ ਤਖਤ ਚਰਨਾਂ ਵੱਲ ਬਣਿਆ ਹੋਇਆ ਹੈ। ਜਾ ਕੇ ਵੇਖਿਓ ਕਦੇ। ਤੋ ਠੀਕ ਕੀਤਾ। ਗੁਰੂ ਨਾਨਕ ਦੇ ਤਖਤ ਦੇ ਇਹਨਾਂ ਵਾਰਸ ਬਣਨਾ ਗੋਬਿੰਦ ਰਾਏ ਜੀ ਨੇ। ਇਹਨਾਂ ਦੇ ਸਰਾਣੇ ਨਹੀਂ ਕੋਈ ਐਲ ਕਰ ਬਹਿਣਾ ਚਾਹੀਦਾ। ਗੁਰੂ ਗੋਬਿੰਦ ਰਾਏ ਜੀ ਬਚਪਨ ਤੋਂ ਹੀ ਬੇਮੁਹਤਾਜ ਨੇ। ਸਤਿਗੁਰ ਮੇਰਾ ਬੇਮੁਹਤਾਜ। ਮਾ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਬਸ ਕਾ ਦਾਤਾ। ਸਤਿਗੁਰ ਮੇਰਾ ਪੁਰਖ ਵਿਦਾਤਾ। ਗੁਰੂ ਅਕਾਲ ਸਰੂਪ ਹੈ, ਮੁਥਾਜੀ ਨਹੀਂ ਰੱਖਦਾ, ਕਿਸੇ ਤੋਂ ਨਹੀਂ ਡਰਦਾ। ਇਹ ਤੇ ਬਚਪਨ ਤੋਂ ਹੀ ਬਾਗੀ ਤੇਵਰ ਰੱਖਦਾ ਹੈ। ਇਹ ਸੁਭਾਅ ਪ੍ਰਗਟ ਹੈ ਉਹਨਾਂ ਦਾ। ਸਮਾਂ ਆਇਆ, ਔਰੰਗਜ਼ੇਬ ਨੇ ਐਲਾਨ ਕੀਤਾ, ਤਿਲਕ ਜੰਜੂ ਖਤਮ ਕਰ ਦੇਵਾਂਗਾ, ਕੇਵਲ ਦੀਨੇ ਇਸਲਾਮ ਰਵੇਗਾ ਭਾਰਤ ਵਿੱਚ। ਉਹਨੇ ਵੇਖਿਆ ਕੱਲੇ ਕੱਲੇ ਹਿੰਦੂ ਦਾ ਜੰਜੂ ਲਾਉਣਾ ਬੜਾ ਮੁਸ਼ਕਲ ਹੈ, ਗਿਣਤੀ ਬੜੀ ਹੈ ਹਿੰਦੂਆਂ ਦੀ। ਜੇ ਹਿੰਦੂ ਧਰਮ ਦੇ ਆਗੂ ਦੀਨੇ ਇਸਲਾਮ ਵਿੱਚ ਆ ਜਾਣ ਤੇ ਆਗੂਆਂ ਦੇ ਪਿੱਛੇ ਹਿੰਦੂਆਂ ਨੇ ਆਪੇ ਜੰਜੂ ਲਾ ਦੇਣਾ ਹੈ। ਉਹਨੇ ਟਾਰਗੇਟ ਕੀਤਾ ਕਸ਼ਮੀਰੀ ਪੰਡਤਾਂ ਨੂੰ, ਕਿਉਂਕਿ ਸਨਾਤਨ ਮਤ ਦੇ ਆਗੂ ਸਨ। ਤੇ ਤੁਹਾਨੂੰ ਪਤਾ ਹੈ ਜਿੱਥੇ ਮੁਰਸ਼ਦ ਗਿਆ ਉੱਥੇ ਮਰੀਦ ਤੁਰ ਪੈਂਦੇ ਨੇ। ਕਿਰਪਾ ਰਾਮ ਦੱਤ 500 ਪੰਡਤ ਦਾ ਵਫਦ ਲੈ ਕੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਨੰਦਾਂ ਦੀ ਪੁਰੀ ਗੁਰੂ ਤੇਗ ਬਹਾਦਰ ਦੀ ਸ਼ਰਨ ਜਾ ਕੇ ਤਰਲਾ ਲੈਂਦਾ ਹੈ। ਰਾਖੋ ਅਬ ਹਿੰਦਨ ਕੀ ਟੇਕ, ਨਾਹਿਤ ਜਗ ਮਹਿ ਰਹੇ ਨਾ ਏਕ, ਧਰਮ ਪ੍ਰਿਸ਼ਟ ਜਬ ਸਗਰੇ ਹੋਏ, ਪੂਜ ਹੈ ਸੁਰ ਆਦਿਕ ਨਹਿ ਕੋਏ। ਆਇਆ ਗੁਰਦੇਵ। ਦੀਨ ਦੁਨੀਆ ਦੇ ਮਾਲਕ, ਹਿੰਦੂ ਧਰਮ ਮਿਟ ਜਾਵੇਗਾ। ਸਵਾ ਮਣ ਜੰਜੂ ਰੋਜ਼ ਲਾਉਂਦਾ ਹੈ ਔਰੰਗਜ਼ੇਬ। ਤੇ ਹਿੰਦੂ ਵੀਰਾਂ ਦੇ ਜੰਜੂ ਦਾ ਭਾਰ ਬੜਾ ਥੋੜਾ ਹੈ, ਧਾਗਾ ਹੁੰਦਾ ਹੈ। ਸਵਾ ਮਣ ਕਿੰਨੇ ਜੰਜੂ ਲੈਣ ਤੋਂ ਬਾਅਦ ਇਕੱਠਾ ਹੁੰਦਾ ਹੋਵੇਗਾ, ਤੁਸੀਂ ਆਪ ਸਿਆਣੇ ਹੋ। ਇੰਨੇ ਜੰਜੂ ਲਾਉਂਦਾ ਸੀ, ਜਾਂ ਲਾਲਚ ਦੇ ਕੇ ਲਾਉਂਦਾ ਸੀ, ਜਾਂ ਡਰ ਦੇ ਕੇ ਲਾਉਂਦਾ ਸੀ, ਜਾਂ ਕਤਲ ਕਰਕੇ ਲਾਉਂਦਾ ਸੀ।
ਜਿਹੜਾ ਬੰਦਾ ਤਖਤ ਤੇ ਬਹਿਣ ਲਈ ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਨ ਨੂੰ ਕੈਦ ਵਿੱਚ ਰੱਖ ਕੇ ਕਤਲ ਕਰਵਾ ਸਕਦਾ ਹੈ, ਦੱਸੋ ਤੁਹਾਡੇ ਨਾਲ ਕੀ ਅਸਰ ਕਰੇਗਾ? ਤੋ ਸਫਾਈਆਂ ਦੇਣੀਆਂ ਛੱਡ ਦਿਓ ਵੀ ਔਰੰਗਜ਼ੇਬ ਦੁਸ਼ਟ ਨਹੀਂ ਸੀ। ਕਲਗੀਧਰ ਪਾਤਸ਼ਾਹ ਨੇ ਸਾਫ਼ ਉਹਦੇ ਪਾਪ ਜ਼ਾਹਰ ਕੀਤੇ ਨੇ। ਸ਼ਹਿਨਸ਼ਾਹ ਔਰੰਗਜ਼ੇਬ ਆਲਮੀਨ ਕੇਦਾਰ ਆਏ ਦੌਰਸਤ ਦੂਰਸਤ ਦੀਨ ਜ਼ਫਰਨਾਮੇ ਦੇ ਬੋਲ। ਕਲਗੀਧਰ ਕਹਿੰਦੇ ਸ਼ਹਿਨਸ਼ਾਹ ਔਰੰਗਜ਼ੇਬ ਲਿਬਾਸ ਧਾਰਮਿਕ ਹੈ, ਦੀਨ ਤੋਂ ਧਰਮ ਤੋਂ ਦੂਰ ਹੈ, ਪਾਪ ਕਰਦਾ ਹੈ, ਤੋ ਬੜਾ ਜ਼ਾਲਮ ਬੰਦਾ ਹੈ। ਭਾਈ ਕਤਲ ਕੀਤੇ ਤਖਤ ਮੱਲਣ ਲਈ, ਭੈਣ ਦਾ ਕਤਲ ਕਰਵਾਇਆ ਜ਼ਾਹਰਾ ਦਾ ਤਖਤ ਮੱਲਣ ਲਈ। ਕਿੱਥੇ ਛੁਪਾਓਗੇ ਉਹਦੇ ਕੁਕਰਮ, ਕਿਧਰੇ ਨਹੀਂ ਟੱਕੇ ਜਾਣੇ। ਪੰਡਤ ਬੇਨਤੀ ਕਰ ਰਹੇ ਨੇ। 9 ਵਰਿਆਂ ਦੇ ਗੋਬਿੰਦ ਰਾਏ ਜੀ ਨੇ ਸੁਣਿਆ, ਹੱਥ ਜੋੜ ਕੇ ਕਹਿੰਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਮਜ਼ਲੂਮਾਂ ਦੀ ਸਹਾਇਤਾ ਕਰੋ, ਧਰਮ ਲਈ ਸਿਰ ਦਿਓ। ਗੁਰਦੇਵ ਕਹਿੰਦੇ ਠੀਕ ਹੈ, ਕਿਰਪਾ ਰਾਮਦੱਤ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਮੁਰਸ਼ਦ ਗੁਰੂ ਤੇਗ ਬਹਾਦਰ ਹੈ। ਜੇ ਉਹ ਦੀਨੇ ਇਸਲਾਮ ਵਿੱਚ ਆ ਗਿਆ ਤੇ ਸਾਰੇ ਹੀ ਹਿੰਦੂ ਜੰਜੂ ਲਾ ਕੇ ਇਸਲਾਮ ਵਿੱਚ ਆਉਣਗੇ, ਤੇ ਜੇ ਗੁਰੂ ਤੇਗ ਬਹਾਦਰ ਨਾ ਝੁਕੇ ਤੇ ਤੂੰ ਧੱਕੇ ਨਾਲ ਜੰਜੂ ਨਹੀਂ ਲਾਵੇਂਗਾ। ਔਰੰਗਜ਼ੇਬ ਹੰਕਾਰੀ ਬੰਦਾ, ਕਸਮ ਉਠਾ ਲਈ ਕੁਰਾਨ ਦੀ, ਕਹਿੰਦਾ ਕਿਹੜੀ ਗੱਲ ਹੈ, ਇੱਕ ਫਕੀਰ ਨੂੰ ਮੈਂ ਪਲ ਵਿੱਚ ਝੁਕਾ ਦੇਵਾਂਗਾ। ਭੁਲੇਖੇ ਵਿੱਚ ਰਹਿ ਗਿਆ। ਇਹ ਝੁਕਣ ਵਾਲੇ ਨਹੀਂ ਸਨ ਗੁਰੂ ਤੇਗ ਬਹਾਦਰ, ਖੁਦਾ ਸਰੂਪ ਸਨ। ਪਰ ਜਾਣ ਲੱਗਿਆਂ ਗੋਬਿੰਦ ਰਾਏ ਜੀ ਨੂੰ ਇੱਕ ਗੱਲ ਕਹੀ, ਲਾਲ ਜੀ ਮੈਂ ਧਰਮ ਲਈ ਸਿਰ ਦੇਣ ਚੱਲਿਆ, ਤੁਹਾਡੇ ਲਈ ਘਾਟੇ ਬੰਦਾ ਸੌਦਾ ਹੈ, ਤੁਸੀਂ ਯਤੀਮ ਹੋ ਜਾਣਾ। ਤੇ ਪਿਤਾ ਦਾ ਸਾਇਆ ਜਦੋਂ ਸਿਰੋਂ ਉੱਠ ਜਾਵੇ ਤੇ ਲੋਕਾਂ ਦੀ ਨਜ਼ਰ ਬਦਲ ਜਾਂਦੀ ਹੈ। ਆਪਾਂ ਵੇਖਿਆ ਨਾ, ਯਤੀਮ ਗਲੀਆਂ ਵਿੱਚ ਫਿਰਦੇ ਹੁਣ, ਜਿਹੜਾ ਮਰਜ਼ੀ ਪਟੋਕੀ ਮਾਰ ਦਿੰਦਾ ਹੈ, ਕੰਨ ਤੇ ਟਿਕਾ ਦਿੰਦਾ ਵੀ ਇਹਦਾ ਕਿਹੜਾ ਬਾਪ ਹੈ। ਜੇ ਸਕੂਲ ਜਾਂਦੇ ਤੇ ਉੱਥੇ ਕੁੱਟ ਪੈਂਦੀ ਹੈ, ਇਹਦੇ ਪਿੱਛੇ ਕਿੰਨੇ ਆਉਣਾ ਹੈ। ਹਾਲਤ ਐਸੀ ਹੋ ਜਾਵੇਗੀ, ਤਰਸਯੋਗ। 9 ਵਰਿਆਂ ਦੇ ਗੋਬਿੰਦ ਰਾਏ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਕਹਿੰਦੇ ਪਿਤਾ ਜੀ ਤੁਹਾਡੇ ਸੀਸ ਦਿੱਤਿਆਂ ਗੋਬਿੰਦ ਰਾਏ ਇਕੱਲਾ ਯਤੀਮ ਹੋਵੇਗਾ, ਪਰ ਜੇ ਤੁਸੀਂ ਸੀਸ ਨਾ ਦਿੱਤਾ ਤੇ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋ ਜਾਣੇ ਨੇ। ਇਹ ਸੌਦਾ ਫਾਇਦੇਮੰਦਾ ਹੈ। ਮੈਂ ਯਤੀਮ ਹੋ ਜਾਵਾਂ ਪਰ ਭਾਰਤ ਵਰਸ਼ ਦੇ ਲੱਖਾਂ ਲਾਲ ਮੈਂ ਯਤੀਮ ਨਹੀਂ ਹੋਣ ਦੇਣੇ। ਨਿਡਰ ਬੋਲ ਸੁਣ ਕੇ ਗੋਬਿੰਦ ਰਾਏ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ, ਸ਼ਾਬਾਸ਼, ਗੁਰਤਾ ਗੱਦੀ ਦੇ ਵਾਰਸ ਬਣਨ ਲਈ ਤੁਸੀਂ ਤਿਆਰ ਹੋ। ਸਮਾਂ ਆਇਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਠੀਕਰ ਫੋਰ ਦਲੀਸ ਸਿਰ, ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਗੁਰੂ ਤੇਗ ਬਹਾਦਰ ਸ਼ਹੀਦ ਹੋਏ। ਔਰੰਗਜ਼ੇਬ ਮਜਬੂਰ ਹੋ ਗਿਆ, ਧੱਕੇ ਨਾਲ ਜੰਜੂ ਲਾਉਣਾ, ਇਸ ਨੂੰ ਛੱਡਣਾ ਪਿਆ। ਇਥੋਂ ਕੀ ਸਮਝ ਪੈਂਦੀ ਹੈ ਗੋਬਿੰਦ ਰਾਏ ਜੀ ਦੇ ਸੁਭਾਅ ਦੀ? ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰਾਖ ਲਿਆ, ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦਿਆ। ਬਾ ਗੁਰੂ ਇਜ਼ ਆਲਵੇਸ ਮਰਸੀਫੁਲ, ਬੜਾ ਦਇਆਵਾਨ ਹੈ, ਤਰਸ ਕਰਦਾ ਹੈ ਸਾਡੇ ਤੇ। ਹਿੰਦੂ ਧਰਮ ਨੂੰ ਤਰਸ ਕਰਕੇ ਰੱਖ ਲਿਆ। ਇੱਕ ਇਥੋਂ ਸਮਝ ਹੋਰ ਪੈਂਦੀ ਹੈ, ਸੁਖ ਦੁੱਖ ਜਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਅਕਾਲ ਸਰੂਪ ਕਿਉਂ ਨੇ ਗੁਰੂ ਗੋਬਿੰਦ ਸਿੰਘ, ਇਹਨਾਂ ਤੇ ਸੁੱਖ ਦੁੱਖ ਦਾ ਅਸਰ ਨਹੀਂ। ਆਪ ਆਪਣੇ ਪਿਤਾ ਨੂੰ ਸ਼ਹੀਦੀ ਲਈ ਤੋਰਿਆ, ਤੇ ਜਦੋਂ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਦਿੱਲੀਓਂ ਸੀਸ ਲੈ ਕੇ ਗਿਆ ਨੰਦਾਂ ਦੀ ਪੁਰੀ, ਸੀਸ ਵੇਖ ਕੇ ਨਮਸਕਾਰ ਕੀਤੀ ਹੈ, ਤਾਹਾਂ ਨਹੀਂ ਮਾਰੀਆਂ। ਤੇ ਜਿਹਦੇ ਤੇ ਸੁੱਖ ਦੁੱਖ ਦਾ ਅਸਰ ਨਹੀਂ, ਉਹ ਤੇ ਭਗਵਾਨ ਹੈ, ਅਕਾਲ ਸਰੂਪ ਹੈ। ਉਹ ਦੁਨਿਆਵੀ ਟੀਚਰਾਂ ਵਰਗਾ ਗੁਰੂ ਨਾ ਸਮਝਿਓ। ਹੱਥੀਂ ਸੰਸਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸੀਸ ਦਾ।
ਤੇ ਧੜ ਦਾ ਸੰਸਕਾਰ ਬਾਬਾ ਲੱਖੀ ਸ਼ਾਹ ਵਣਜਾਰੇ ਨੇ ਦਿੱਲੀ ਵਿੱਚ ਕੀਤਾ, ਜਿੱਥੇ ਉਹਦਾ ਮਹੱਲ ਸੀ। ਮਹੱਲ ਨੂੰ ਹੀ ਅਗਨ ਭੇਟ ਕਰ ਦਿੱਤਾ। ਬੜਾ ਤਕੜਾ ਵਪਾਰੀ ਸੀ, ਔਰੰਗਜ਼ੇਬ ਦੀਆਂ ਫੌਜਾਂ ਲਈ ਰਾਸ਼ਨ ਦਾ ਪ੍ਰਬੰਧ ਕਰਦਾ ਸੀ। ਅੱਜ ਉਸ ਪਾਵਨ ਜਗ੍ਹਾ ਦੇ ਉੱਤੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੈ। ਖੈਰ ਦੁੱਖ ਸੁੱਖ ਤੋਂ ਰਹਿਤ ਮੂਰਤ ਸੀ ਗੋਬਿੰਦ ਰਾਏ ਜੀ ਦੀ। 9 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਨਾਨਕ ਦੇ ਤਖਤ ਦੇ 10ਵੇਂ ਵਾਰਸ ਬਣੇ ਤੇ ਹੱਥ ਚੰਡੀ ਪਕੜੀ, ਤਲਵਾਰ ਪਕੜੀ। ਇਨਸਾਨੀਅਤ ਦੇ ਵੈਰੀਆਂ ਨੂੰ ਦੰਡ ਦੇਣਾ ਹੈ। ਚੁੰਕਾਰ ਅਜ਼ ਹਮਾਹੀਲ ਤੇ ਦਰਗੁਜਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਔਰੰਗਜ਼ੇਬ ਤੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝੀ, ਮੈਨੂੰ ਮਜਬੂਰਨ ਤਲਵਾਰ ਉਠਾਉਣੀ ਪਈ। ਮੈਂ ਜ਼ੁਲਮ ਕਰਨ ਲਈ ਨਹੀਂ ਤਲਵਾਰ ਉਠਾਈ, ਜ਼ੁਲਮ ਨੂੰ ਰੋਕਣ ਲਈ ਤਲਵਾਰ ਉਠਾਈ ਹੈ। ਸਿਆਰਗ ਨੂੰ ਸੀਂਹ ਬਣਾਉਣ ਲਈ, ਗਿੱਦੜਾਂ ਨੂੰ ਸ਼ੇਰ ਬਣਾਉਣ ਲਈ 1756 ਬਿਕਰਮੀ ਸੰਮਤ 1 ਵੈਸਾਖ ਨੂੰ ਆਨੰਦਪੁਰ ਦੀ ਧਰਤੀ ਤੇ ਖੰਡੇ ਦੀ ਪੌਲ ਪ੍ਰਗਟ ਕੀਤੀ ਗੁਰਾਂ ਨੇ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹਉਮੈ ਵਿੱਚੋ ਖੋਏ। ਅੰਮ੍ਰਿਤ ਬਖਸ਼ ਕੇ ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਮਾ ਗੁਰੂ ਇਜ਼ ਪਾਵਰ ਆਫ ਪਾਵਰਲੈਸ। ਮਜ਼ਲੂਮਾਂ ਨੂੰ ਮਨਸੂਰ ਬਣਾ ਦਿੱਤਾ। ਭਾਈ ਨੰਦ ਲਾਲ ਨੇ ਹਾਮੀ ਭਰੀ, ਸ਼ੇਰ ਆਨੇ ਅਫਵਾਜ਼ੇ ਮਨਸੂਰੇ ਅਸ਼ਯਕਾ ਤਾਜ਼। ਗੁਰਦੇਵ ਨੇ ਗੁਲਾਮ ਜੰਗ ਜਿੱਤਣ ਵਾਲੇ ਮਨਸੂਰ ਬਣਾ ਦਿੱਤੇ, ਮਲਕ ਬਣਾ ਦਿੱਤੇ, ਦੇਵਤਿਆਂ ਵਰਗੀ ਰਹਿਮਤ ਬਖਸ਼ ਦਿੱਤੀ। ਇਹ ਖੰਡੇ ਦੀ ਪੌਲ ਦੀ ਬਰਕਤ ਹੈ। ਜਬ ਜਾਪ ਸਵਈਏ ਚੌਪੀ ਆਨੰਦ ਸੋ ਪਾੜ ਸੋ ਪਾਹੁਲ ਤਿਆਰ ਕਰੀ ਜਾਏ। ਭਾਈ ਜੈਤਾ ਜੀ ਅੰਮ੍ਰਿਤ ਬਿਦ ਵਿੱਚ ਲਿਖਦੇ, ਜਪ ਜਾਪ ਸਵਈਏ ਚੌਪੀ ਆਨੰਦ। 5 ਬਾਣੀਆਂ ਪੜ੍ਹ ਕੇ 2 ਆਦਿ ਗ੍ਰੰਥ ਦੀਆਂ, ਜਪਜੀ ਸਾਹਿਬ, ਆਨੰਦ ਸਾਹਿਬ, 3 ਦਸਮ ਗ੍ਰੰਥ ਦੀਆਂ, ਜਾਪ ਸਾਹਿਬ ਸਵਈਏ ਚੌਪਈ, ਅੰਮ੍ਰਿਤ ਸੰਚਾਰ ਕੀਤਾ ਆਨੰਦਾਂ ਦੀ ਪੁਰੀ। ਫਿਰ ਇਨਸਾਨੀਅਤ ਦੀ ਖਾਤਰ ਮੁਗਲਿਆ ਸਲਤਨਤ ਔਰੰਗਜ਼ੇਬ ਅਤੇ 22 ਧਾਰ ਦੇ ਰਾਜਪੂਤ ਰਾਜਿਆਂ ਨਾਲ 14 ਜੰਗਾਂ ਕਲਗੀਧਰ ਨੇ ਲੜੀਆਂ। ਕਾਦੇ ਲਈ? ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ। ਸਾਨੂੰ ਮੁਕਤੀ ਦਿਵਾਉਣ ਦੇ ਲਈ, ਕਿਉਂਕਿ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1021 ਈਸਵੀ ਤੋਂ ਭਾਰਤ ਗੁਲਾਮ ਸੀ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਿਮੰਡ। ਇੰਨੀ ਅਜ਼ਮਤ ਦਾ ਗੁਰੂ ਮਾਲਕ ਹੈ, ਉਹਦੇ ਵਰਗਾ ਕੋਈ ਸਰੂਹੇ ਜ਼ਮੀਨ ਤੇ ਦੂਜਾ ਨਹੀਂ। ਇਸੇ ਕਰਕੇ 14 ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਵਾਲ ਵਿੰਗਾ ਨਹੀਂ ਕਰ ਸਕਿਆ ਔਰੰਗਜ਼ੇਬ ਤੇ ਨਾ 22 ਧਾਰ ਦੇ ਰਾਜੇ। ਬਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਉਹ ਕਰਨਹਾਰ ਹੈ, ਉਹ ਅਕਾਲ ਸਰੂਪ ਹੈ। ਐਸੀ ਉਹਦੀ ਅਜ਼ਮਤ ਹੈ, ਐਸੀ ਉਹਦੀ ਪਹੁੰਚ ਹੈ। ਇਹ ਗੁਰਦੇਵ ਦੀ ਹਸਤੀ ਬੁਲੰਦ ਹੈ, ਉਹਦੇ ਵਰਗਾ ਕੋਈ ਨਹੀਂ ਦੁਨੀਆ ਤੇ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਜਨਮ ਮਰਨ ਦੁਖ ਤੇ ਰਾਖੈ, ਮਾਇਆ ਬਿਖ ਫਿਰ ਬਹੁੜ ਨਾ ਚਾਖੈ। ਦੀਨ ਦੁਨੀਆ ਦੇ ਮਾਲਕ ਨੇ ਸਾਡੇ ਘਰ ਦੇ ਚਿਰਾਗ ਬਲਦੇ ਰੱਖਣ ਲਈ ਆਪਣੇ ਘਰ ਦੇ ਚਾਰੇ ਹੀ ਚਿਰਾਗ ਬੁਝਾ ਦਿੱਤੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ 8 ਪੋਹ ਨੂੰ ਸ਼ਹੀਦ ਹੋਏ। 10 ਲੱਖ ਫੌਜ ਨਾਲ ਲੜਦੇ। ਗੁਰ ਸਿੰਘ ਚੇਕਾਰੇ ਕੁਨਦ ਚਹਿਲ ਨਰ ਕੇ ਦਹਲਕ ਬਰਾਇਦ ਬਰੋ ਬੇਖਬਰ। 40 ਭੁੱਖੇ ਸਿੰਘ 10 ਲੱਖ ਫੌਜ ਨਾਲ ਲੜੇ। 17 ਤੋਂ 18 ਸਾਲ ਦੀ ਉਮਰ ਸੀ ਬਾਬਾ ਅਜੀਤ ਸਿੰਘ ਦੀ। 14 ਵਰ੍ਹਿਆਂ ਦੇ ਬਾਬਾ ਜੁਝਾਰ ਸਿੰਘ 10 ਲੱਖ ਨੰਗੀਆਂ ਤਲਵਾਰਾਂ ਤੇ ਨੱਚ ਕੇ ਸ਼ਹੀਦ ਹੋਏ। 13 ਪੋਹ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ 9 ਤੇ 7 ਸਾਲ ਦੀ ਉਮਰ ਵਿੱਚ ਸਰਹੰਦ ਨਾਜ਼ਮ ਵਜ਼ੀਰ ਖਾਨੇ ਨੀਆਂ ਵਿੱਚ ਚਿਣ ਕੇ ਸ਼ਹੀਦ ਕੀਤੇ। ਸਿੱਖੀ ਦੇ ਮਹੱਲ ਵਿੱਚ ਸਿਰ ਦੇ ਕੇ ਐਸੀ ਨੀਂਵ ਪੱਕੀ ਕਰ ਗਏ, ਰਹਿੰਦੀ ਦੁਨੀਆ ਤੱਕ ਇਹ ਮਹੱਲ ਡੋਲੇਗਾ ਨਹੀਂ। ਗੁਰੂ ਗੋਬਿੰਦ ਸਿੰਘ ਵਰਗਾ ਕੌਣ ਹੈ? ਸਿੰਘ ਸਾਹਿਬ ਰਣਜੀਤ ਸਿੰਘ ਹੁਣਾ ਇੱਕ ਸ਼ੇਰ ਪੜਿਆ, ਉੱਥੋਂ ਸਮਝ ਪੈਂਦੀ ਹੈ। ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ, ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਜੇ ਉਹ ਤਲਵਾਰ ਨਾ ਲਹਿਰਾਉਂਦੇ, ਨਾ ਗੁਰਦੁਆਰਾ ਹੋਣਾ ਸੀ, ਨਾ ਆਸਾ ਦੀ ਵਾਰ, ਨਾ ਮੰਦਰ ਹੋਣਾ ਸੀ, ਨਾ ਗਾਇਤਰੀ। ਬੁੱਲੇ ਸ਼ਾਹ ਮੁਸਲਮਾਨ ਕਹਿੰਦਾ ਹੈ ਹਰ ਮੰਦਰ ਗੁਰਦੁਆਰਾ ਮਸਜਿਦ ਬਣਨਾ ਸੀ ਤੇ ਇੱਥੇ ਬਾਂਗਾਂ ਦਿੱਤੀਆਂ ਜਾਣੀਆਂ ਸਨ। ਇਹ ਦੇਣ ਗੁਰੂ ਗੋਬਿੰਦ ਸਿੰਘ ਦੀ ਹੈ। ਭਾਰਤ ਵਰਸ਼ ਇਨਸਾਨੀਅਤ ਗੁਰਾਂ ਦਾ ਅਹਿਸਾਨ ਨਹੀਂ ਭੁਲਾ ਸਕਦੀ।
ਤੋਂ ਇੱਕ ਹੋਰ ਬੇਨਤੀ ਕਰ ਦਵਾਂ। ਕਈ ਵਾਰ ਨਾ ਸ਼ਹੀਦੀ ਦਿਹਾੜੇ ਪ੍ਰਕਾਸ਼ ਦਿਹਾੜਿਆਂ ਨਾਲ ਮੇਲ ਖਾ ਜਾਂਦੇ ਨੇ। ਇੱਕ ਬੜਾ ਭਰਮ ਤੁਹਾਡੇ 'ਚ ਪਾਲਿਆ ਗਿਆ ਹੈ, ਬੜਾ ਕੁਫਰ ਤੋਲਿਆ ਜਾਂਦਾ ਹੈ। ਅਖੇ ਜੀ ਨਾਨਕਸ਼ਾਹੀ ਕੈਲੰਡਰ ਰੱਦ ਕਰ ਦਿੱਤਾ। ਮੇਰੀ ਬੇਨਤੀ ਗੌਰ ਨਾਲ ਸੁਣਿਓ। 2003 ਵਿੱਚ ਸਿੱਖ ਧਰਮ ਦੇ ਇਤਿਹਾਸ ਨੂੰ ਮਿੱਥ ਬਣਾਉਣ ਦੇ ਲਈ ਏਜੰਸੀਆਂ ਨੇ ਇੱਕ ਕਾਮਰੇਡ ਪੁਰੇਵਾਲ ਕੋਲੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਇਆ। ਹਿੰਦੂ ਧਰਮ ਦੇ ਸਾਕਾ ਕੈਲੰਡਰ ਦੀ ਕਾਪੀ। ਉਹਨੇ ਪਹਿਲੀ ਗਲਤੀ ਇਹ ਕੀਤੀ, ਸੰਗਰਾਂਦਾਂ ਆਪਣੇ ਅਨੁਸਾਰ ਫਿਕਸ ਕਰ ਦਿੱਤੀਆਂ ਈਸਵੀ ਕੈਲੰਡਰ ਦੇ ਬਿਹਾਫ ਤੇ। ਸੰਗਰਾਂਦ ਫਿਕਸ ਨਹੀਂ ਹੋ ਸਕਦੀ। ਸੰਗਰਾਂਦ ਕੀ ਹੁੰਦੀ ਹੈ? ਜਦੋਂ ਸੂਰਜ ਆਪਣੀ ਚਾਲ ਚੱਲਦਾ ਹੈ ਨਾ, ਇੱਕ ਰਾਸ਼ੀ ਤੋਂ ਦੂਜੀ ਰਾਸ ਵਿੱਚ ਜਾਂਦਾ ਹੈ, ਤੇ ਉਹ ਸਮੇਂ ਦੀ ਤਬਦੀਲੀ ਨੂੰ ਸੰਗਰਾਂਦ ਕਹਿੰਦੇ ਨੇ। ਤੇ ਸੂਰਜ ਦੀ ਚਾਲ ਤੁਸੀਂ ਕਿਵੇਂ ਫਿਕਸ ਕਰ ਦਿਓਗੇ? ਦੂਜੀ ਵੱਡੀ ਗਲਤੀ ਇਹ ਕੀਤੀ, ਸਿੱਖ ਜਗਤ ਦੇ ਅੰਦਰ ਸੁਧੀ ਵਧੀ ਦੇ ਨਾਲ ਪ੍ਰਕਾਸ਼ ਤੇ ਜੋਤੀ ਜੋਤ ਦਿਹਾੜੇ 10 ਗੁਰੂ ਸਾਹਿਬਾਨਾਂ ਦੇ ਮਨਾਏ ਜਾਂਦੇ ਨੇ, ਤੇ ਸੰਗਰਾਂਦ ਸੂਰਜ ਦੇ ਅਕੋਰਡਿੰਗ ਹੈ, ਪ੍ਰਤਿਸ਼ਠਿਆਂ ਦੇ ਅਕੋਰਡਿੰਗ। ਸਿੱਖ ਧਰਮ ਚੰਦ ਤੇ ਸੂਰਜ ਦੇ ਮਿਸ਼ਰਿਤ ਕੈਲੰਡਰ ਨਾਲ ਚੱਲਦਾ ਹੈ। ਜੇ ਅਸੀਂ ਦਿਹਾੜੇ ਫਿਕਸ ਕਰ ਦਿੱਤੇ ਨਾ ਈਸਵੀ ਦੇ ਅਨੁਸਾਰ, ਬਿਕਰਮੀ ਚੋਂ ਨਿਕਲ ਕੇ ਨਾਨਕਸ਼ਾਹੀ ਸੰਮਤ ਬਿਕਰਮੀ ਪੈਟਰਨ ਨਾਲ ਚੱਲਦਾ ਹੈ। ਆਦ ਗ੍ਰੰਥ ਸਾਹਿਬ ਰੱਦ ਹੋਣਗੇ ਸਾਡੇ ਜੋ ਗੁਰਦੇਵ ਨੇ, ਦਸਮ ਗ੍ਰੰਥ ਰੱਦ ਹੋਵੇਗਾ, ਗੁਰ ਇਤਿਹਾਸ ਰੱਦ ਹੋਵੇਗਾ, ਮਹਾਨ ਕੋਸ਼ ਆਦਿਕ ਰੱਦ ਹੋਣਗੇ। ਧਾਰਮਿਕ ਇਤਿਹਾਸਿਕ ਜਿੰਨੇ ਵੀ ਗ੍ਰੰਥ ਨੇ ਇਹ ਰੱਦ ਹੋ ਜਾਣਗੇ। ਕਿਉਂ ਜੀ? ਦਸਮ ਗ੍ਰੰਥ ਵਿੱਚ ਸਾਰੀਆਂ ਹੀ ਡੇਟਸ ਬਿਕਰਮੀ ਪੈਟਰਨ ਤੇ ਹੈ। ਸੰਮਤ 17 ਸਹਿਸ ਭਣਿਜੈ ਅਰਧ ਸਹਿਸ ਪੁਨਤੀਨ ਕਹਿਜੈ। ਭਾਈ ਗੁਰਦਾਸ ਜੀ ਨੇ ਬਿਕਰਮੀ ਪੈਟਰਨ ਜਾਰੀ ਰੱਖਿਆ। ਕਾਰਤਕ ਮਾਸ ਰੁੱਤ ਸਰਦ ਪੂਰਨਮਾਸ਼ੀ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕਾਰਤਕ ਮਾਸ ਦੀ ਪੂਰਨਮਾਸ਼ੀ ਨੂੰ ਹੋਇਆ। ਸਭ ਤੋਂ ਵੱਡੀ ਉਦਾਹਰਣ ਤੇ ਵੱਡਾ ਰੁਤਬਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ। ਜਦੋਂ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਿਕਰਮੀ ਪੈਟਰਨ ਫੋਲੋ ਕੀਤਾ ਹੈ, ਤੁਸੀਂ ਕੌਣ ਹੁੰਦੇ ਹੋ ਈਸਵੀ ਪੈਟਰਨ ਵੱਲ ਜਾਣ ਵਾਲੇ? ਕੀ ਅਰਥ ਰਹਿ ਜਾਵੇਗਾ ਇਸ ਪੰਕਤੀ ਦਾ? ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇਹ ਤੇ ਬਿਕਰਮੀ ਦੀਆਂ ਡੇਟਸ ਨੇ। ਤੁਸੀਂ ਤੇ ਆਪ ਬਾਣੀ ਰੱਦ ਕਰ ਰਹੇ ਹੋ। ਗੁਰੂ ਨਾਨਕ ਨੇ ਸਾਨੂੰ ਆਖਿਆ ਸੀ ਤੁਸੀਂ ਹਿੰਦੂ ਜੰਜੂ ਕਰਕੇ ਜੇ, ਤੇ ਜੰਜੂ ਨਹੀਂ ਪਾਉਣਾ। ਗੁਰੂ ਨਾਨਕ ਨੇ ਨਹੀਂ ਆਖਿਆ ਵੀ ਬਿਕਰਮੀ ਕੈਲੰਡਰ ਦੇ ਪੈਟਰਨ ਨੂੰ ਮੰਨੋਗੇ ਤਾਂ ਹਿੰਦੂ ਹੋ ਤੁਸੀਂ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਸਾਨੂੰ ਤੇ ਇਹ ਕਿਹਾ ਗੁਰਦੇਵ ਨੇ, ਧਾਗੇ ਦਾ ਜੰਜੂ ਨਹੀਂ ਪਾਉਣਾ, ਸੰਤੋਖ ਦਾ ਜੰਜੂ ਪਾਉਣਾ ਹੈ। ਤੇ ਗੁਰਦੇਵ ਉਦਣ ਨਾਲ ਇਹ ਵੀ ਕਹਿ ਦਿੰਦੇ ਵੀ ਬਿਕਰਮੀ ਪੈਟਰਨ ਨਹੀਂ ਫੋਲੋ ਕਰਨਾ ਤੁਸੀਂ ਹਿੰਦੂ ਬਣ ਜਾਓਗੇ। ਉਹ ਰੱਬ ਦਾ ਵਾਸਤਾ ਜੇ ਓਏ, ਸੂਰਜ ਚੰਦ ਕਿਤੇ ਧਰਮਾਂ ਵਿੱਚ ਵੰਡੇ ਹੋਏ ਨੇ? ਨਹੀਂ। ਗੁਰੂ ਨਾਨਕ ਤੋਂ ਹੀ ਨਾਨਕਸ਼ਾਹੀ ਸੰਮਤ ਚੱਲਿਆ ਹੈ, ਨਾਨਕਸ਼ਾਹੀ ਕੈਲੰਡਰ ਨਹੀਂ, ਜੋ ਬਿਕਰਮੀ ਪੈਟਰਨ ਨਾਲ ਚੱਲਦਾ ਆਇਆ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਗੁਰੂ ਨਾਨਕ ਅਕਾਲ ਸਰੂਪ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਗੁਰੂ ਨਾਨਕ ਦੇ ਹੁਕਮ ਨੂੰ ਕੌਣ ਕੱਟ ਸਕਦਾ ਹੈ? ਪਰ ਕੱਟਿਆ ਗਿਆ। ਪਤਾ ਨਹੀਂ ਕੀ ਕਾਰਨ ਬਣਿਆ। ਅਕਾਲ ਤਖਤ ਸਾਹਿਬ ਤੋਂ ਨਾਨਕਸ਼ਾਹੀ ਕੈਲੰਡਰ ਕਾਮਰੇਡਾਂ ਦਾ ਜਾਰੀ ਹੋਇਆ, ਬਾਅਦ ਵਿੱਚ ਉਹ ਅਕਾਲ ਤਖਤ ਸਾਹਿਬ ਤੋਂ ਹੀ ਕੈਲੰਡਰ ਰੱਦ ਕੀਤਾ ਗਿਆ। ਮੈਂ ਇੱਕੋ ਹੀ ਗੱਲ ਕਹਾਂਗਾ, ਤੁਸੀਂ ਕਹਿੰਦੇ ਹੋ 5 ਜਨਵਰੀ ਫਿਕਸ ਕਰ ਦਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼, ਉਹ ਸੁਦੀ 7ਵੀਂ ਨੂੰ ਅਸੀਂ ਨਹੀਂ ਮੰਨਣਾ। ਹੁਣ ਮਹਾਰਾਜ ਦਾ ਪ੍ਰਕਾਸ਼ ਉਦੋਂ ਹੋਇਆ ਪੋਹ ਸੁਦੀ 7ਵੀਂ, ਉਦੋਂ 22 ਦਸੰਬਰ ਸੀ। ਜੇ ਤੁਸੀਂ 5 ਜਨਵਰੀ ਫਿਕਸ ਕਰਤਾ, ਕਿੰਨੇ ਦਿਨ ਉਮਰ ਘਟ ਗਈ ਗੁਰਦੇਵ ਦੀ? 9 ਦਿਨ ਤੇ ਸਿੱਧੇ ਹੀ ਹੋ ਗਏ ਦਸੰਬਰ ਦੇ 22 ਤੋਂ 31 ਤੱਕ, ਤੇ 5 ਦਿਨ ਜਨਵਰੀ ਦੇ, 14 ਦਿਨ ਉਮਰ ਘਟ ਗਈ। 350 ਸਾਲ ਗੁਰਾਂ ਨੂੰ ਹੋ ਗਿਆ। ਮਲਟੀਪਲਾਈ ਕਰੋ।
ਗੁਰਾਂ ਦੀ ਕਿੰਨੇ ਸਾਲ ਏਜ ਘਟ ਗਈ। ਹੁਣ ਜਦੋਂ 3-4 ਸਾਲ ਗੁਰਾਂ ਦੀ ਏਜ ਘਟ ਗਈ, ਕੱਲ ਨੂੰ ਤੁਸੀਂ 5 ਜਨਵਰੀ ਨੂੰ ਦਿਹਾੜਾ ਮਨਾਈ ਜਾਇਓ। ਇਤਿਹਾਸ ਦੀ ਕਥਾ ਵਿੱਚ ਪੋਹ ਸੁਦੀ 7ਵੀਂ ਆਇਆ, ਤੁਹਾਡੇ ਬੱਚਿਆਂ ਹੀ ਤਰਕ ਕਰਨਾ ਉਹ ਝੂਠ ਮਾਰਦੇ ਹੋ, 5 ਜਨਵਰੀ ਪ੍ਰਕਾਸ਼ ਦਿਹਾੜਾ ਹੈ। ਕੱਲ ਨੂੰ ਸਨਾਤਨ ਮਤ ਆਖੇਗਾ ਸਾਨੂੰ ਮਿੱਥ ਕਹਿੰਦੇ ਹੋ। ਸਾਡੇ ਕੋਲ ਡੇਟਸ ਨਹੀਂ ਸਨ ਸ਼੍ਰੀ ਰਾਮਚੰਦਰ ਮਹਾਰਾਜ ਦੇ ਆਗਾਜ਼ ਦੀਆਂ, ਕ੍ਰਿਸ਼ਨ ਜੀ ਦੇ ਆਗਾਜ਼ ਦੀਆਂ, ਤੇ ਤੁਹਾਡੇ ਕੋਲ ਕਿਹੜੀਆਂ ਡੇਟਸ ਹੈਗੀਆਂ? ਉਹ ਕਿਤਾਬਾਂ ਤੇ ਤੁਹਾਡੀਆਂ ਝੂਠੀਆਂ ਨੇ, ਗ੍ਰੰਥ ਤੇ ਝੂਠੇ ਨੇ। ਤੁਸੀਂ ਤੇ 5 ਜਨਵਰੀ ਈਸਵੀ ਨਾਲ ਫਿਕਸ ਕੀਤੀ ਹੈ। ਨਾਲੇ ਸਾਨੂੰ ਗੁਰੂ ਦਾ ਹੁਕਮ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਤੇ ਤੁਸੀਂ ਝੂਠ ਦੇ ਉੱਤੇ ਹੀ ਗੁਰੂ ਸਾਹਿਬ ਦਾ ਪ੍ਰਕਾਸ਼ ਫਿਕਸ ਕਰ ਰਹੇ ਹੋ। ਇਹ ਤੇ ਗੱਲ ਇਹ ਹੋਈ ਵੀ ਮੈਨੂੰ ਤੁਸੀਂ ਜ਼ੋਰ ਮਾਰਿਆ। ਗਿਆਨੀ ਜੀ ਤੁਹਾਡਾ ਡੇਟ ਆਫ ਬਰਥ ਜਿਹੜਾ ਮਰਜ਼ੀ ਹੈ, ਤੁਹਾਡਾ ਜਨਮ ਦਿਹਾੜਾ ਨਾ ਅਸੀਂ 7 ਤਰੀਕ ਨੂੰ ਆਖਿਆ ਕਰਨਾ ਆਉਂਦਾ ਹੈ। ਹੱਦ ਹੋਈ ਪਈ ਹੈ ਯਾਰ। ਮੇਰੇ ਕੋਲੋਂ ਤੇ ਪੁੱਛ ਲਓ ਮੇਰਾ ਜਨਮ ਕਿਦਣ ਹੋਇਆ ਹੈ। ਉਹ ਗੁਰੂ ਕੋਲੋਂ ਤੇ ਪੁੱਛੋ, ਇਤਿਹਾਸ ਵਿੱਚ ਲਿਖਿਆ ਹੈ। ਤੁਸੀਂ ਕੋਲੋਂ ਹੀ ਫਿਕਸ ਕਰ ਦਿਓਗੇ। ਨਹੀਂ ਜੀ, ਹਰਖ ਸੋਗ ਇਕੱਠਾ ਕਿਵੇਂ ਮਨਾਈਏ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹੀਦੀ ਇਕੱਠੇ ਰਲ ਗਏ। ਪਹਿਲੀ ਗੱਲ ਤੇ ਸਿੱਖੀ ਵਿੱਚ ਹਰਖ ਸੋਗ ਨਹੀਂ ਹੁੰਦਾ, ਆਨੰਦ ਹੀ ਆਨੰਦ ਹੈ। ਸ਼ਹੀਦਾਂ ਦਾ ਸੋਗ ਨਹੀਂ ਮਨਾਇਆ ਜਾਂਦਾ, ਵੈਰਾਗ ਵਿੱਚ ਸ਼ਬਦ ਗਾਏ ਜਾਂਦੇ ਨੇ। ਸਿੱਖ ਚਾਹੇ ਪ੍ਰਕਾਸ਼ ਮਨਾਵੇ, ਚਾਹੇ ਜੋਤੀ ਜੋਤ, ਚਾਹੇ ਸ਼ਹੀਦੀ ਦਿਹਾੜਾ, ਕਰਨਾ ਤੇ ਕਥਾ ਕੀਰਤਨ ਹੈ। ਅਸੀਂ ਕਿਹੜੇ ਵੈਣ ਪਾਉਣੇ ਨੇ? ਅਸੀਂ ਕਿਹੜੇ ਗੰਦੇ ਮੰਦੇ ਗੀਤ ਗਾ ਕੇ ਨੱਚਣਾ ਟੱਪਣਾ ਹੈ? ਨਾਲੇ ਬਾਣੀ ਤੇ ਕਹਿੰਦੀ ਹੈ ਹਰਖ ਸੋਗ ਦੋਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਸਿੱਖ ਇਸ ਭੰਬਲ ਭੂਸੇ ਤੋਂ, ਹਰਖ ਸੋਗ ਤੋਂ ਬਾਹਰ ਹੈ। ਤੇ ਜੇ ਅਸੀਂ ਬਿਕਰਮੀ ਪੈਟਰਨ ਨੂੰ ਫੋਲੋ ਕਰਕੇ ਹਿੰਦੂ ਬਣਦੇ ਹਾਂ ਤੇ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਨੂੰ ਮੰਨ ਕੇ ਹੀ ਅਸੀਂ ਇਹ ਪੈਟਰਨ ਫੋਲੋ ਕੀਤਾ। 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ। ਤੇ ਜੇ ਅਸੀਂ 550 ਵਰਾ ਹਿੰਦੂ ਨਹੀਂ ਬਣੇ ਤੇ 2003 ਤੋਂ ਬਾਅਦ ਜੇ ਹੁਣ ਕੈਲੰਡਰ ਰੱਦ ਹੋ ਗਿਆ, ਅਸੀਂ ਹੁਣ ਹੀ ਹਿੰਦੂ ਬਣਾਂਗੇ। ਇਹ ਸਾਰਾ ਭੰਬਲ ਭੂਸਾ 2003 ਤੋਂ ਬਾਅਦ ਪੈਦਾ ਹੋਇਆ। ਅਸੀਂ 4-4 5-5 ਸੰਗਰਾਂਦਾਂ ਕਰਤੀਆਂ, 2-2 4-4 ਅਸੀਂ ਪ੍ਰਕਾਸ਼ ਤੇ ਜੋਤੀ ਜੋਤ ਦਿਵਸ ਮਨਾਉਣ ਲੱਗ ਪਏ। ਸਿੱਖੋ, ਪੰਥ ਦਾ ਹੁਕਮ, ਪੰਥ ਦਾ ਫੈਸਲਾ ਪੰਥ ਬਦਲ ਸਕਦਾ ਹੈ। ਗੁਰੂ ਦਾ ਫੈਸਲਾ ਨਾ ਤਖਤ ਹੀ ਬਦਲ ਸਕਦੇ ਨੇ, ਨਾ ਪੰਥ ਹੀ ਬਦਲ ਸਕਦਾ ਹੈ। ਕਿਉਂ ਜੀ? ਸਭ ਤੇ ਵੱਡ ਸਮਰੱਥ ਗੁਰਦੇਵ। ਇਹ ਗੱਲ ਜ਼ਿਹਨ ਵਿੱਚ ਟਿਕਾ ਲਓ। ਖੁੱਲਾ ਸੱਦਾ ਹੈ ਜੇ ਕਿਸੇ ਨੇ ਵਿਚਾਰ ਕਰਨੀ ਹੋਵੇ। ਅਸੀਂ ਨਾਨਕ ਸ਼ਾਹੀ ਸੰਮਤ ਦੇ ਪੁਜਾਰੀ ਆ, ਕੈਲੰਡਰ ਦੇ ਨਹੀਂ। ਤੋ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰੋ। ਭੁੱਲ ਚੁੱਕ ਦੀ ਖਿਮਾ। ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਦਾ ਧੰਨਵਾਦ। ਬੜੀ ਪ੍ਰੇਰਨਾ ਦੇ ਕੇ ਆਪ ਸੰਗਤਾਂ ਕੋਲੋਂ ਗੁਰਧਾਮਾਂ ਦੀ ਸੇਵਾ ਕਰਵਾਉਂਦੇ ਨੇ। ਦਾਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹੈ। ਗੁਰੂ ਕੇ ਜਿਤਨੇ ਵੀ ਸੇਵਾਦਾਰ ਗ੍ਰੰਥੀ ਸਿੰਘ ਨੇ, ਸਭਨਾਂ ਦਾ ਧੰਨਵਾਦ। ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।